श्री वाहिगुरु साहिब जी। वे मन ऐसो कर सन्यासा, बन से सदन सबै कर समझो। मन ही माहे उदासा, जत की जटा जोग को मज्जना। नेम के नखन बढ़ाओ, ज्ञान गुरु आत्म उपदेश हो। ज्ञान विभूत लगाओ, अल्प आहार सल्प सी निंद्रा। दया क्षमा तन प्रीता, शील संतोख सदा निर्वाहिबो। वैभव त्रिगुण अतीत, काम क्रोध हंकार लोभ हठ। मोह न मन स्यो ल्यावै, तब ही आत्म तत् को दर्सै। परम पुरख कह पावै, ज्योति ज्योत रलै। जल का जल हुआ राम, सूरज किरण मिलै। संपूर्ण थिया राम, फरीदा महल न सखन रह गए। वस आया तल, गोरा से निबाणिया। बहसन रूहा मल, आखी सेखा बंदगी। चलन आज के कल, राणा राव न को रहै। रंग न तुंग फकीरा, वारी आपो अपनी। कोई न बंदै धीर, जेता जियो पिंड सब तेरा। तू अंतर जामी पुरख भगवान। दासन दास कहे जन नानक, देहा तू कराए है। तेहा हो करी बखियाल, दासन दास कहे जन नानक। देहा तू कराए, तेहा हो करी बखियाल। सतनाम श्री वाहिगुरु साहिब जी। मिरत मोहं अल्प बुद्धियं, रचंत बनता विनोद साहं।
ਜੌਬਨ ਬਹਿਕਰਮ ਕਨਕ ਕੁੰਡਲ ਹੈ। ਮਿਰਤ ਮੋਹੰ ਅਲਪ ਬੁੱਧਿਯੰ ਰਚੰਤ ਬਨਤਾ ਬਿਨੋਦ ਸਾਹੰ। ਜੌਬਨ ਬਹਿਕਰਮ ਕਨਕ ਕੁੰਡਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸ਼ਬਦ ਅਵਤਾਰ ਜਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਬਾਣੀ ਕੇ ਬੋਹਿਥ ਕਲ ਜੋ ਕੀ ਓਟ ਚਵਰ ਛਤਰ ਤਖਤ ਦੇ ਮਾਲਕ ਸਿੰਘਾਸਨਾਂ ਤੇ ਸੁਭਾਏ ਮਾਨ। ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਗੋਦ ਦੇ ਅੰਦਰ ਵਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਅੰਦਰ ਪਾਕ ਪਵਿੱਤਰ ਧੁਰ ਕੀ ਬਾਣੀ ਸੋਦਾਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਆਰਤੀ ਅਤੇ ਹੋਰ ਰਸ ਭੰਡੜੇ ਸ਼ਬਦਾਂ ਦੇ ਕੀਰਤਨ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਪਾਸੋਂ ਸ਼ਰਵਣ ਕੀਤੇ। ਇਹ ਜੋ ਸਮਾਂ ਹੋਇਆ ਹੈ ਆਪ ਜੀ ਭਲੀ ਭਾਂਤ ਜਾਣੂ ਹੋ ਕਿ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ ਵਿਚਰੇ ਹੋਏ ਗੁਰਮੁਖ ਪਿਆਰੇ ਉਸਤਾਦ ਸੁੱਚਾ ਸਿੰਘ ਜੀ ਭਗਤ, ਜਿਹੜੇ ਕਿ ਕੁਝ ਦਿਨਾਂ ਤੋਂ ਸਾਨੂੰ ਸਦੀਵੀ ਵਿਛੋੜਾ ਦੇ ਕੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਮਾਪਤ ਕਰਕੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਹਜ਼ੂਰ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ ਹਨ। ਤਿਨਾਂ ਦੇ ਅੰਤਿਮ ਸੰਸਕਾਰ ਦੀ ਭਾਵਨਾ ਨੂੰ ਲੈ ਕੇ ਪਰਸੋਂ ਰੋਜ਼ ਤੋਂ ਪਾਵਨ ਜੈਤ ਸ੍ਰੀ ਦੀ ਵਾਰ ਦੇ ਸ਼ਲੋਕਾਂ ਦੀ ਕਥਾ ਅਤੇ ਸਹਿਸਕ੍ਰਿਤੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਰੰਭ ਹੋਈ। ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਂਸ਼ੀ ਨਗਰ ਦੇ ਵਿੱਚ ਗਏ, ਕਾਂਸ਼ੀ ਦੇ ਵਿੱਚ ਗਏ, ਉੱਥੇ ਗੋਪਾਲ ਦਾਸ ਪੰਡਿਤ ਜਿਹਦਾ ਇਹ ਸੁਭਾਅ ਸੀ, ਜਿਹਨੂੰ ਵਿਦਿਆ ਦਾ ਹੰਕਾਰ ਹੋ ਚੁੱਕਿਆ ਸੀ ਕਿ ਜਦੋਂ ਵੀ ਕੋਈ ਮਹਾਂਪੁਰਸ਼ ਕੋਈ ਵਿਦਵਾਨ ਨਗਰ ਦੇ ਵਿੱਚ ਆਉਂਦਾ, ਕਾਂਸ਼ੀ ਦੇ ਵਿੱਚ ਆਉਂਦਾ, ਉਹ ਆਪਣੀ ਵਿਦਵਤਾ ਦੇ ਨਾਲ ਉਸਦੇ ਉੱਪਰ ਐਸਾ ਤੀਰ ਛੱਡਿਆ ਕਰੇ ਕਿ ਉਸ ਨੂੰ ਢਹਿ ਢੇਰੀ ਕਰ ਦਿਆ ਕਰੇ, ਭਾਵ ਕਿ ਉਸ ਨੂੰ ਹਰਾ ਦਿਆ ਕਰੇ, ਤੇ ਅੱਗੇ ਉਹ ਬੰਦਾ ਫਿਰ ਬੋਲਣ ਜੋਗਾ ਨਾ ਰਹਿੰਦਾ, ਉਹਨੂੰ ਕਾਸ਼ੀ ਨਗਰੀ ਨੂੰ ਛੱਡ ਕੇ ਜਾਣਾ ਪੈਂਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਨੂੰ ਫਿਰ ਆਪਣੇ ਜਿਹੜੇ ਪਹਿਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਦੇ ਜਿਹੜੇ ਸ਼ਲੋਕ ਹਨ, 4 ਸ਼ਲੋਕ, ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗੁਲ ਸਮਾਦੰ ਤ੍ਰੈਪਾਲ ਤੇ ਹਾਲ ਵਿਚਾਰੰ, ਇਹ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸਹਿਸਕ੍ਰਿਤੀ ਦੇ ਸ਼ਲੋਕ ਸੀ, ਇਸ ਦੇ ਨਾਲ ਉਸ ਗੋਪਾਲ ਦਾਸ ਨਾਮੇ ਪੰਡਿਤ ਨੂੰ ਵਿਚਾਰ ਚਰਚਾ ਦੇ ਵਿੱਚ ਹਰਾਇਆ ਅਤੇ ਤਤ ਗਿਆਨ ਕਰਵਾਇਆ। ਜਦੋਂ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ 5ਵੇਂ ਸਰੂਪ
ਗੁਰਤਾ ਗੱਦੀ ਦੇ ਉੱਪਰ ਸਭਾਈਮਾਨ ਹੋਏ, ਤਦੋਂ ਫਿਰ ਇਹ ਗੋਪਾਲ ਦਾਸ ਦੇ ਜਿਹੜੇ ਪੋਤਰੇ ਸੀ ਹਰੀ ਲਾਲ ਅਤੇ ਕ੍ਰਿਸ਼ਨ ਲਾਲ, ਇਹਨਾਂ ਨੇ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਨੇ ਪਹਿਲੇ ਸਰੂਪ ਦੇ ਵਿੱਚ ਮਹਾਰਾਜ ਜੀ ਸਾਡੇ ਦਾਦਾ ਜੀ ਨੂੰ ਨਿਹਾਲ ਕੀਤਾ ਸੀ, ਗੋਪਾਲ ਦਾਸ ਜੀ ਨੂੰ। ਤੋ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਸਾਡੀ ਬੇਨਤੀ ਹੈ ਹਜ਼ੂਰ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਆਪ ਜੀ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਇਸ ਸੰਸਾਰ ਤੋਂ ਉਪਰਾਮ ਕਰਨ ਦਾ ਮਹਾਰਾਜ ਜੀ ਉਪਦੇਸ਼ ਦਿਰੜਾਓ ਗਰੀਬ ਨਿਵਾਸ ਜੀ, ਜਿਸ ਦੇ ਨਾਲ ਇਸ ਸੰਸਾਰ ਦੇ ਵਿੱਚੋਂ ਮਹਾਰਾਜ ਜੀ ਉਪਰਾਮਤਾ ਧਾਰ ਸਕੀਏ, ਵੈਰਾਗ ਧਾਰ ਸਕੀਏ। ਤੇ ਸ਼ਲੋਕ ਸੰਸਕ੍ਰਿਤੀ ਮਹੱਲਾ 5ਵਾਂ ਦੇ ਸਿਰਲੇਖ ਹੇਠ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਾਵਨ 67 ਸ਼ਲੋਕਾਂ ਦੇ ਨਾਲ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਨੂੰ ਨਿਹਾਲ ਕੀਤਾ। ਉਹਨਾਂ ਨੂੰ ਮੋਹ ਆਦਿਕ ਦੇ ਜਿਹੜੇ ਜਾਲ ਸੀ, ਇਹਨਾਂ ਦੇ ਬੰਧਨਾਂ ਤੋਂ ਛੁਟਕਾਰਾ ਦਿਵਾਇਆ। ਤੋ 10 ਕੁ ਸ਼ਲੋਕਾਂ ਦੀ ਵਿਚਾਰ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਪਾਸੋਂ ਸ਼ਰਵਣ ਕੀਤੀ ਸੀ। ਆਓ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਤਰ੍ਹਾਂ ਅੱਗੇ ਵਿਰਾਗ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਾਰੇ ਹੀ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਖਾਲਸਾ ਜੀ, ਜਿਸ ਤਰ੍ਹਾਂ ਵੱਡਾ ਸੂਰਮਾ ਹੈ ਮੋਹ, ਤੇ ਤੁਹਾਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਗੇ ਦੱਸਣਗੇ ਕਿ ਮੋਹ ਦੀ ਕਿਤਨੀ ਜ਼ਿਆਦੀ ਪ੍ਰਬਲਤਾ ਹੈ। ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ, ਪਸ ਪੰਖੀ ਦੇਵ ਮਨੁੱਖਯੰ। ਇਸ ਤਰ੍ਹਾਂ ਮਹਾਰਾਜ ਜੀ ਆਖਦੇ ਵੀ ਜਿਹੜੇ ਪਸ਼ੂ ਅਤੇ ਪੰਖੀ ਵੀ ਆ ਨਾ, ਜਿਹੜੇ ਪੰਛੀ ਹਨ, ਇਹ ਵੀ ਮੋਹ ਨੇ ਮੋਹ ਕੇ ਰੱਖ ਦਿੱਤੇ ਹਨ, ਮੋਹ ਨੇ ਮਾਰ ਕੇ ਇਹਨਾਂ ਨੂੰ ਰੱਖ ਦਿੱਤਾ ਹੈ। ਜਿਵੇਂ ਕਿਸੇ ਦਾ ਕੋਈ ਮਰਿਆ ਹੋਵੇ ਨਾ, ਕਿਸੇ ਦੀ ਮਾਰੀ ਦਾ ਕੋਈ ਮਰਿਆ ਹੋਵੇ, ਉਹ ਫਿਰ ਉਸ ਦੇ ਜੋਗਾ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਮੋਹ ਹੈ, ਮੋਹ ਦਾ ਪਸਾਰਾ ਇਸ ਤਰ੍ਹਾਂ ਦਾ ਖਾਲਸਾ ਜੀ, ਜਿੰਨਾ ਮਰਜੀ ਬੰਦਾ ਘਰਾਂ ਤੋਂ ਮੋਹ ਦਾ ਤਿਆਗ ਕਰਨ ਦੀ ਕੋਸ਼ਿਸ਼ ਕਰੇ, ਮੋਹ ਨੂੰ ਛੱਡਣਾ ਕਰੇ, ਆਪਣੇ ਬੀਵੀ ਬੱਚਿਆਂ ਦਾ ਮੋਹ ਤਿਆਗਣ ਦੀ ਕੋਸ਼ਿਸ਼ ਕਰੇ, ਪਰ ਮੋਹ ਜਿਹੜਾ ਐਸਾ ਪ੍ਰਬਲ ਹੈ, ਕਦੇ ਵੀ ਆਪਣੇ ਬੀਵੀ ਬੱਚਿਆਂ ਦੇ ਜਾਂ ਪਰਿਵਾਰ ਤੇ ਮੋਹ ਦਾ ਛੁਟਕਾਰਾ ਨਹੀਂ ਦਿਵਾ ਸਕਦਾ। ਤੋ ਇਸ ਕਰਕੇ ਖਾਲਸਾ ਜੀ ਮਹਾਰਾਜ ਜੀ ਦਰਸਾਉਂਦੇ ਆ ਇਹਨਾਂ ਜੀਵਾਂ ਦੀ ਹਾਲਤ ਕਿ ਇਹ ਜਿਹੜੇ ਜੀਵ ਹਨ ਮਿਰਤ ਮੋਹੰ, ਮੋਹ ਨੇ ਮਾਰ ਕੇ ਰੱਖ ਛੱਡੇ ਹਨ, ਮੋਹ ਨੇ ਇਹਨਾਂ ਨੂੰ ਮਾਰ ਕੇ ਸੁੱਟਿਆ ਹੈ। ਅਲਪ ਬੁੱਧਿਅੰ, ਤੇ ਅਲਪ ਬੁੱਧਿਅੰ, ਇਹ ਤੁੱਛ ਬੁੱਧੀ ਵਾਲਾ ਜੀਵ ਕਦੇ ਵੀ ਫਿਰ ਪਰਮੇਸ਼ਰ ਨੂੰ ਜਾਪ ਨਹੀਂ ਕਰਦਾ, ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕਰਦਾ, ਮੋਹ ਦੇ ਵਿੱਚ ਪੈ ਕੇ। ਅਲਪ ਬੁੱਧਿਅੰ, ਤੇ ਜਾਂ ਜਿਨ੍ਹਾਂ ਨੂੰ ਪਰਮੇਸ਼ਰ ਨੇ ਨਹੀਂ ਬਚਾਇਆ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਹੀ ਵਿਸਾਰ ਦਿੱਤਾ ਹੈ, ਜਾਂ ਪਰਮੇਸ਼ਰ ਜਿਨ੍ਹਾਂ ਨੂੰ ਵਿਸਰ ਗਿਆ ਹੈ, ਅਲਪ ਬੁੱਧਿਅੰ, ਉਹਨਾਂ ਦੀ ਜਿਹੜੀ ਬੁੱਧੀ ਹੈ ਉਹ ਅਲਪ ਬੁੱਧਿਅੰ ਹੋ ਗਈ ਹੈ। ਭਾਵ ਕਿ ਬੜੀ ਜ਼ਿਆਦਾ ਉਹਨਾਂ ਦੀ ਤੁੱਛ ਬੁੱਧੀ ਹੋ ਗਈ ਹੈ, ਵਿਕਾਰ ਵਿਸ਼ੈਣੀ ਬੁੱਧੀ ਉਹਨਾਂ ਦੀ ਹੋ ਗਈ ਹੈ। ਹਰ ਸਮੇਂ ਹੀ ਉਹਨਾਂ ਦੇ ਚਿੱਤ ਦੇ ਵਿੱਚ ਬਸ ਵਿਕਾਰ ਭੋਗਣ ਦੀਆਂ ਚਿਤਵਣੀਆਂ ਹੁੰਦੀਆਂ ਹਨ, ਅਲਪ ਬੁੱਧਿਅੰ। ਤੇ ਐਸੇ ਫਿਰ ਜੀਵ ਜਿਹੜੇ ਮੋਹ ਦੇ ਮਾਰੇ ਹੋਏ ਹਨ, ਉਹਨਾਂ ਦੀ ਬੁੱਧੀ ਵੀ ਬੜੀ ਜ਼ਿਆਦੀ ਅਲਪ ਹੋ ਗਈ ਹੈ, ਤੁੱਛ ਹੋ ਗਈ ਹੈ। ਰਚੰਤ ਬਨਤਾ ਬਿਨੋਦ ਸਾਹੰ, ਤੇ ਫਿਰ ਐਸਾ ਜੀਵ ਜਿਹੜਾ ਵਿਕਾਰਾਂ ਵਿਸ਼ੈਣੀ ਬੁੱਧੀ ਦੇ ਵਿੱਚ ਖਚਤ ਹੈ, ਜਿਸ ਦੀ ਬੁੱਧੀ ਜਿਹੜੀ ਹੈ ਵਿਕਾਰ ਵਿਸ਼ੈਣੀ ਬੁੱਧੀ ਹੋ ਗਈ, ਜਿਸ ਦੀ ਅਲਪ ਬੁੱਧੀ ਹੋ ਗਈ ਹੈ। ਅਲਪ ਬੁੱਧੀਆਂ ਦਾ ਕਰਕੇ ਕੀ ਹੁੰਦਾ ਹੈ, ਮਹਾਰਾਜ ਜੀ ਆਖਦੇ ਵੀ ਰਚੰਤ ਬਨਤਾ ਵਿਨੋਦ ਸਾਹੰ। ਫਿਰ ਉਹ ਕੀ ਕਰਦਾ ਹੈ ਜੀਵ, ਬਨਤਾ ਕਹੀਦਾ ਇਸਤਰੀ ਨੂੰ ਤੇ ਵਿਨੋਦ ਕਹੀਦਾ ਤਮਾਸ਼ਿਆਂ ਨੂੰ। ਫਿਰ ਉਹਦਾ ਜਿਹੜਾ ਮਨ ਹੈ ਉਹ ਕਦੇ ਵੀ ਸਤ ਸੰਗਤ ਦੇ ਵਿੱਚ ਨਹੀਂ ਜੁੜਦਾ, ਪੱਬਾਂ ਕਲੱਬਾਂ ਦੇ ਵਿੱਚ ਹੀ ਉਹ ਫਿਰ ਜਾਂ ਤੇ ਮੋਬਾਈਲ ਦੇ ਉੱਪਰ ਹੋਰ ਅਸ਼ਲੀਲ ਵੀਡੀਓਜ਼ ਵੇਖੀ ਜਾਏਗਾ, ਅਸ਼ਲੀਲ ਫਿਲਮਾਂ ਵੇਖੇ ਜਾਂ ਗੰਦਮੰਦ ਹੀ ਵੇਖੀ ਜਾਏਗਾ ਫੋਨ ਦੇ। ਵੇਖੋ ਫੋਨ ਜੇ ਸੁੱਖ ਸਹੂਲਤ ਹੈ, ਇਹਦਾ ਬੜਾ ਜ਼ਿਆਦਾ ਦੁੱਖ ਵੀ ਹੈ। ਦੁੱਖ ਕਿਸ ਤਰ੍ਹਾਂ ਖਾਲਸਾ ਜੀ,
ਕਿ ਜਦੋਂ ਮੋਬਾਈਲ ਦੇ ਉੱਪਰ ਕੋਈ ਚੰਗੀ ਚੀਜ਼ ਵੇਖਣ ਨੂੰ ਸਰਚ ਮਾਰੀਏ ਨਾ, ਜੋ ਉਹਦੇ ਉੱਪਰ ਖੋਜ ਕਰੀਏ, ਤੇ ਫਿਰ ਉਸ ਦੇ ਵਿੱਚੋਂ 1% ਤੇ ਚੰਗੀਆਂ ਚੀਜ਼ਾਂ ਆਉਂਦੀਆਂ, ਬਾਕੀ ਜਿਹੜੀਆਂ 99% ਜਿਹੜੀਆਂ ਉਹਦੇ ਉੱਪਰ ਚੀਜ਼ਾਂ ਉਹ ਅਸ਼ਲੀਲ ਹੀ ਵਿਖਾਈ ਦਿੰਦੀਆਂ ਹਨ। ਇਸ ਕਰਕੇ ਸਾਡੀ ਬੁੱਧੀ ਇਤਨੀ ਜ਼ਿਆਦਾ ਆਤਮ ਵਿਸ਼ੈਣੀ ਨਹੀਂ ਹੈ ਕਿ ਜਿਹੜੀ ਇਸ ਗੱਲ ਦਾ ਨਿਰਣਾ ਕਰ ਸਕੇ ਕਿ ਅਸੀਂ ਚੰਗਾ ਵੇਖਣਾ ਜਾਂ ਮਾੜਾ ਵੇਖਣਾ ਹੈ। ਤੇ ਇਸ ਕਰਕੇ ਜੀਵ ਦਾ ਜਿਹੜਾ ਧਿਆਨ ਹੈ ਮਾੜੇ ਕਰਮਾਂ ਦੇ ਵਿੱਚ ਲੱਗ ਜਾਂਦਾ ਹੈ, ਅਲਪ ਬੁੱਧੀ ਹੋਣ ਦੇ ਕਾਰਨ। ਰਚੰਤ ਬਨਤਾ ਵਿਨੋਦ ਸਾਹੰ, ਤੇ ਜਾਂ ਇਹ ਜੀਵ ਦਾ ਜਿਹੜਾ ਮਨ ਹੈ ਕਾਹਦੇ ਵਿੱਚ ਰਚਿਆ ਹੋਇਆ, ਬਨਤਾ ਆਪਣੀ ਇਸਤਰੀ ਦੇ ਭੋਗ ਭੋਗਣ ਦੇ ਵਿੱਚ, ਤੇ ਵਿਨੋਦ ਸਾਹੰ ਜਾਂ ਵੇਸਵਾਵਾਂ ਜਿਹੜੀਆਂ ਕੋਠਿਆਂ ਦੇ ਉੱਪਰ ਬੁਲਾ ਬੁਲਾ ਕੇ ਆਖਦੀਆਂ ਕਿ ਸਾਡੇ ਨਾਲ ਕਾਮ ਚੇਸ਼ਟਾ ਕਰੋ, ਜਿਹੜੀਆਂ ਤਮਾਸ਼ਾ ਵਿਖਾਉਂਦੀਆਂ ਹਨ ਵੇਸਵਾਵਾਂ, ਉਹਨਾਂ ਦੇ ਨਾਲ ਕਾਮ ਚੇਸ਼ਟਾ ਭੋਗਣ ਦੇ ਵਿੱਚ ਇਸ ਜੀਵ ਦਾ ਮਨ ਲੱਗਿਆ ਹੋਇਆ ਹੈ। ਰਚੰਤ ਬਨਤਾ ਵਿਨੋਦ ਸਾਹੰ, ਇਹਦੇ ਮਨ ਦੇ ਵਿੱਚ ਇੱਕੋ ਹੀ ਖਿਆਲ ਆਈ ਜਾਂਦਾ ਹੁੰਦਾ ਹੈ ਅਲਪ ਬੁੱਧੀ ਦੇ ਕਾਰਨ ਜੀਵ ਦੇ, ਕਿ ਮੈਂ ਵੱਡੀ ਵੱਡੀ ਜਿਹੜੀਆਂ ਹੈ ਉਹ ਕੋਠੀਆਂ ਕਾਰਾਂ ਬਣਾ ਲਵਾਂ। ਰਚੰਤ ਬਨਤਾ ਵਿਨੋਦ ਸਾਹੰ, ਜਾਂ ਆਪਣੀ ਇਸਤਰੀ ਦੇ ਨਾਲ ਜਿਹੜਾ ਹੈ ਉਹਦੇ ਨਾਲ ਕਾਮ ਚੇਸ਼ਟਾ ਭੋਗਾਂ। ਵਿਨੋਦ ਸਾਹੰ, ਤੇ ਜਿਹੜੇ ਵਿਨੋਦ ਹਨ ਤਮਾਸ਼ੇ, ਇਹਨਾਂ ਨੂੰ ਵੇਖਣ ਦੇ ਵਿੱਚ ਹੀ ਸਾਹੰ ਜਿਹੜੇ ਸਵਾਸ ਹੈ ਇਸ ਦੇ ਉਹ ਘਟੀ ਜਾ ਰਹੇ ਹਨ। ਦਿਨ ਤੇ ਪਹਿਰ ਤੇ ਘਰੀਆਂ, ਆਵ ਕਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਵਿਦ ਕੀਜੈ। ਕਬੀਰ ਸਾਹਿਬ ਆਖਦੇ ਕਿ ਜਿਹੜੇ ਬੰਦੇ ਦੇ ਸਵਾਸ ਹਨ, ਦਿਨ ਤੇ ਪਹਿਰ, ਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਕਟੈ, ਆਵ ਆਖੀਦਾ ਹੈ ਉਮਰਾਂ ਨੂੰ, ਉਮਰ ਜਿਹੜੀ ਘਟਦੀ ਜਾ ਰਹੀ ਹੈ। ਆਵ ਘਟੈ ਤਨ ਸੀਜੈ, ਤੇ ਜਿਹੜਾ ਸਰੀਰ ਹੈ ਅੱਗੇ ਅੱਗੇ ਕਮਜ਼ੋਰ ਹੀ ਹੋਈ ਜਾਣਾ ਹੈ, ਇਹਨੇ ਕਦੇ ਵੀ ਅੱਗੇ ਜਾ ਕੇ ਤਗੜਾ ਨਹੀਂ ਹੋਣਾ। ਆਵ ਘਟੈ ਤਨ ਸੀਜੈ, ਕਾਲ ਅਹੇਰੀ, ਮੌਤ ਰੂਪੀ ਸ਼ਿਕਾਰਨ ਕੀ ਹੈ, ਫਿਰੈ ਬਦਕ ਜਿਉ, ਸ਼ਿਕਾਰ ਦੇ ਵਾਂਗ ਉਹ ਜਿਹੜੀ ਆ ਫਿਰ ਰਹੀ ਹੈ ਬੰਦੇ ਦੇ ਸਿਰ ਦੇ ਉੱਪਰ, ਬੰਦੇ ਦਾ ਪਿੱਛਾ ਕਰ ਰਹੀ ਹੈ। ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਵਿਦ ਕੀਜੈ। ਤੋ ਹੈ ਗਰੀਬ ਨਵਾਜ ਜੀ, ਕਿਹੜੀ ਫਿਰ ਵਿਧੀ ਮਹਾਰਾਜ ਕੀਤੀ ਜਾਵੇ, ਕਿਹੜਾ ਉਪਾਅ ਕਰੇ ਬੰਦਾ, ਵੇਖੋ। ਤੋ ਇਸੇ ਕਰਕੇ ਸਵਾਸ ਜਿਹੜੇ ਆ ਨਾ ਬੰਦੇ ਦੇ, ਸਵਾਸ ਕਰਕੇ ਘਟਦੇ ਜਾ ਰਹੇ ਨੇ, ਹੌਲੀ ਹੌਲੀ ਪਹਿਰ ਕਰਕੇ ਦਿਨ ਕਰਕੇ ਘਟਦੇ ਹੀ ਜਾ ਰਹੇ ਹਨ। ਤੋ ਇਸ ਕਰਕੇ ਬੰਦਾ ਜਿਹੜਾ ਹੈ ਇਸਤਰੀ ਦੇ ਭੋਗ ਭੋਗਣ ਦੇ ਵਿੱਚ, ਤਮਾਸ਼ੇ ਵੇਖਣ ਦੇ ਵਿੱਚ ਹੀ ਆਪਣਾ ਮਨ ਲਾਈ ਰੱਖਦਾ ਹੈ। ਜੋ ਬਨ ਬਹਿ ਕਰਮ ਕਨਕ ਕੁੰਡਲ ਹੈ, ਤੇ ਜਦੋਂ ਜਵਾਨੀ ਦੀ ਅਵਸਥਾ ਹੁੰਦੀ ਹੈ ਇਸ ਜੀਵ ਦੇ ਉੱਪਰ, ਜੋ ਬਨ ਬਹਿ ਕਰਮ ਕਹੀਦਾ ਅਵਸਥਾ ਨੂੰ, ਤੇ ਫਿਰ ਕਨਕ ਕੁੰਡਲ ਹੈ। ਵੇਖੋ ਜਦੋਂ ਖਾਲਸਾ ਜੀ ਬੰਦੇ ਦੇ ਉੱਪਰ ਭਰ ਜਵਾਨੀ ਆਉਂਦੀ ਹੈ ਨਾ, ਫਿਰ ਕੰਨਾਂ ਦੇ ਵਿੱਚ ਮੁੰਦਰਾਂ ਪਾਉਂਦਾ ਹੈ, ਕੰਨਾਂ ਦੇ ਵਿੱਚ ਉਹ ਵੱਡੀਆਂ ਵੱਡੀਆਂ ਵਾਲੀਆਂ ਵੀ ਕਈ ਪਾਈ ਫਿਰਦੇ ਆ। ਉਹ ਜਿਹੜਾ ਫੈਸ਼ਨ ਆਪਣੇ ਆਪ 'ਚ ਫੈਸ਼ਨ ਕਰਦੇ ਆ, ਪਰ ਕੰਮ ਜਿਹੜੇ ਉਹਨਾਂ ਦੇ ਇਸਤਰੀਆਂ ਵਾਲੇ ਹੋ ਜਾਂਦੇ ਆ। ਫਿਰ ਇਸਤਰੀ ਅਤੇ ਬੰਦੇ ਦੇ ਵਿੱਚ ਤੇ ਮਹਾਰਾਜ ਨੇ ਇੱਕੋ ਹੀ ਫਰਕ ਰੱਖਿਆ ਨਾ, ਕਿ ਇਸਤਰੀ ਦਾ ਸ਼ਿੰਗਾਰ ਵੱਖਰਾ ਹੈ ਅਤੇ ਬੰਦੇ ਦਾ ਸ਼ਿੰਗਾਰ ਵੱਖਰਾ ਹੈ। ਤਾਂ ਬੰਦੇ ਕੀ ਕਰਦੇ ਹਨ ਅੱਜ ਕੱਲ੍ਹ, ਇਸਤਰੀਆਂ ਵਾਲੇ ਜਿਹੜੇ ਆ ਫੈਸ਼ਨ ਕਰਦੇ ਆ, ਉਹਨਾਂ ਵਾਲੇ ਜਿਹੜੇ ਰੀਤੀ ਰਿਵਾਜ ਵਰਤਦੇ, ਤੇ ਬੀਬੀਆਂ ਵੀ ਕੁਝ ਘੱਟ ਨਹੀਂ ਕਰਦੀਆਂ, ਬੰਦਿਆਂ ਵਾਲੇ ਫੈਸ਼ਨ ਕਰਦੀਆਂ। ਤੇ ਜੋਬਨ ਬਹਿ ਕਰਮ ਕਨਕ ਕੁੰਡਲ ਹੈ, ਇਕੱਲੀ ਇੱਕ ਬੰਦੇ ਦੀ ਗੱਲ ਨਹੀਂ ਕੀਤੀ ਗਈ, ਮਹਾਰਾਜ ਜੀ ਨੇ ਪ੍ਰਤੇਕ ਪ੍ਰਾਣੀ ਮਾਤਰ ਦੀ ਗੱਲ ਕੀਤੀ ਹੈ। ਭਾਵੇਂ ਉਹ ਇਸਤਰੀ ਦੇ ਉੱਪਰ ਜਵਾਨੀ ਆਈ ਹੋਵੇ ਤੇ ਭਾਵੇਂ ਬੰਦੇ ਦੇ ਉੱਪਰ ਜਵਾਨੀ ਆਈ ਹੋਵੇ। ਦੁਬਾਰਾ ਪੜੋ ਪੰਕਤੀ। ਜੋ ਬਨ ਬਹਿ ਕਰਮ ਕਨਕ ਕੁੰਡਲ ਹੈ, ਜਦੋਂ ਜੋਬਨ ਪਰ ਜੋਬਨ ਆਉਂਦਾ ਹੈ ਨਾ, ਪਰ ਜਵਾਨੀ ਆਉਂਦੀ ਹੈ ਇਸ ਮਨੁੱਖ ਦੇ ਉੱਪਰ, ਭਾਵੇਂ ਉਹ ਇਸਤਰੀ ਹੋਵੇ ਤੇ ਭਾਵੇਂ ਪੁਰਖ ਹੋਵੇ। ਖਾਲਸਾ ਜੀ ਉਹਨਾਂ ਦੀ ਅਵਸਥਾ ਫਿਰ ਇਸ ਤਰ੍ਹਾਂ ਦੀ ਆਂਦੀ ਪਈ, ਉਦੋਂ ਜਵਾਨੀ ਦੇ ਵਿੱਚ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁਰਤ ਨਹੀਂ ਰਹਿੰਦੀ। ਉਦੋਂ ਆਖਦਾ ਕਿ
ਤੇਰੇ ਵਰਗਾ ਤੇ ਕੋਈ ਹੈ ਹੀ ਨਹੀਂ ਇਸ ਸੰਸਾਰ ਦੇ ਵਿੱਚ। ਇਹ ਤਾਂ ਗੱਬ ਆਕਾਸ਼ ਨਾ ਮਾਵਤ। ਇੰਨਾ ਜ਼ਿਆਦਾ ਆਪਣੇ ਉੱਪਰ ਹੰਕਾਰ ਹੋ ਜਾਂਦਾ ਹੈ ਭਰ ਜਵਾਨੀ ਦੇ ਵਿੱਚ ਕਿ ਜਦੋਂ ਬੰਦਾ ਬੰਦੇ ਨੂੰ ਸਮਝਦਾ ਨਹੀਂ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਕਨਕ ਕੁੰਡਲ ਹੈ ਤੇ ਆਪਣੇ ਆਪ ਨੂੰ ਸ਼ਿੰਗਾਰਨ ਦੇ ਵਿੱਚ ਹੀ ਉਹਦਾ ਜਿਹੜਾ ਹੈ ਸਾਰੀ ਉਮਰ ਆ ਜਿਹੜੀ ਹੈ ਬਤੀਤ ਹੁੰਦੀ ਹੈ। ਉਹਦੀ ਜਿਹੜੀ ਜਵਾਨੀ ਹੈ ਉਹ ਆਪਣੇ ਆਪ ਨੂੰ ਸ਼ਿੰਗਾਰਨ ਦੇ ਵਿੱਚ ਹੀ ਲੰਘ ਜਾਂਦੀ ਹੈ। ਜਵਾਨੀ ਦੀ ਅਵਸਥਾ ਖਾਲਸਾ ਜੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਵਾਨੀ ਜਦੋਂ ਬੰਦੇ ਤੇ ਆਵੇ ਨਾ, ਜਦੋਂ 16 ਕੁ ਸਾਲ ਦੀ ਜਦੋਂ ਟੀਨ ਏਜ ਹੋਵੇ ਬੰਦੇ ਦੀ, ਤੇ ਇਸ ਸਮੇਂ ਐਸਾ ਇੱਕ ਮੋੜ ਆਉਂਦਾ ਹੈ ਬੰਦੇ ਦੇ ਉੱਪਰ ਕਿ ਦੋ ਰਸਤੇ ਸਾਡੇ ਵਾਸਤੇ ਆਉਂਦੇ ਹਨ। ਇੱਕ ਚੰਗਾ ਰਸਤਾ ਹੁੰਦਾ ਹੈ ਅਤੇ ਇੱਕ ਮਾੜਾ ਰਸਤਾ ਹੁੰਦਾ ਹੈ। ਜ਼ਿਆਦਾਤਰ ਜਿਹੜੇ ਬੱਚੇ ਹੁੰਦੇ ਹਨ ਉਹ 10ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਵਿਗੜ ਜਾਂਦੇ ਹਨ ਜਾਂ ਸੁਧਰ ਜਾਂਦੇ ਹਨ। ਇਹ ਜਿਹੜੀ ਅਵਸਥਾ ਇੱਕ ਟੀਨ ਏਜ ਇਸ ਤਰ੍ਹਾਂ ਦੀ ਹੁੰਦੀ ਹੈ। ਤੇ ਜਦੋਂ ਟੀਨਏਜਰਸ ਜਿਹੜੇ ਹੁੰਦੇ ਆ ਜਿਨ੍ਹਾਂ ਦੇ ਉੱਪਰ ਜਿਹੜੀ ਭਰ ਜਵਾਨੀ ਹੁੰਦੀ ਹੈ, ਜਦੋਂ ਜਵਾਨੀ ਸ਼ੁਰੂ ਹੁੰਦੀ ਹੈ ਬੰਦੇ ਦੀ, ਉਦੋਂ ਐਸੇ ਮੋੜ ਦੇ ਵਿੱਚ ਫਿਰ ਜਿਨ੍ਹਾਂ ਨੂੰ ਤੇ ਸੰਗਤ ਪ੍ਰਾਪਤ ਹੋ ਜਾਂਦੀ ਚੰਗਿਆਂ ਦੀ, ਤੇ ਉਹ ਤੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਆਪਣਾ ਜੀਵਨ ਸੁਧਾਰ ਲੈਂਦੇ ਆ। ਤੇ ਜਿਨ੍ਹਾਂ ਨੂੰ ਫਿਰ ਮਾੜੀ ਸੰਗਤ ਲੱਗ ਜਾਂਦੀ, ਆਪ ਜੀ ਨੇ ਫਿਰ ਪੰਜਾਬ ਦੇ ਹਾਲ ਸੁਣੇ ਹੀ ਹੈ ਕਿ ਕਿਸ ਤਰ੍ਹਾਂ ਖਾਲਸਾ ਜੀ ਸਕੂਲਾਂ ਕਾਲਜਾਂ ਦੇ ਵਿੱਚ ਬੱਚੇ ਬੱਚੀਆਂ ਕੀ ਕਰਦੇ ਆ, ਨਸ਼ੇ ਦੀ ਉਹਨਾਂ ਨੂੰ ਲੱਤ ਲੱਗ ਜਾਂਦੀ ਹੈ। ਤੇ ਉਹ ਨਸ਼ੇ ਦੀ ਲੱਤ ਲੱਗਣ ਦੇ ਕਾਰਨ ਤੇ ਜਦੋਂ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਫਿਰ ਕੀ ਕਰਦੇ ਆ, ਜਾਂ ਤੇ ਉਹ ਨਸ਼ੇ ਕਰਨ ਲੱਗ ਪੈਂਦੇ ਆ ਤੇ ਜਾਂ ਉਹ ਚੋਰੀਆਂ ਕਰਨ ਲੱਗ ਪੈਂਦੇ ਆ। ਤੇ ਜਾਂ ਫਿਰ ਇੱਥੋਂ ਤੱਕ ਵੀ ਸਮਾਂ ਆ ਜਾਂਦਾ ਹੈ ਕਿ ਉਹ ਕਿਸੇ ਦੀ ਹੱਤਿਆ ਕਰਨ ਦੇ ਉੱਪਰ ਤੁੱਲ ਜਾਂਦੇ ਹਨ ਥੋੜੇ ਮਾਤਰ ਪੈਸਿਆਂ ਦੇ ਵਾਸਤੇ। ਤੇ ਇਸ ਕਰਕੇ ਮਹਾਰਾਜ ਜੀ ਆਖਦੇ ਕਿ ਜਦੋਂ ਬੰਦੇ ਦੀ ਭਰ ਜਵਾਨੀ ਆਉਂਦੀ ਨਾ, ਬੰਦੇ ਤੇ ਜੌਬਨ ਬਹਿਕਰਮ, ਜਦੋਂ ਜਵਾਨੀ ਦੀ ਅਵਸਥਾ ਹੁੰਦੀ ਹੈ, ਉਦੋਂ ਭਾਵੇਂ ਉਹ ਬੰਦਾ ਹੋਵੇ ਤੇ ਭਾਵੇਂ ਉਹ ਇਸਤਰੀ ਹੋਵੇ, ਦੋਵੇਂ ਹੀ ਆਪਣੇ ਆਪ ਨੂੰ ਸ਼ਿੰਗਾਰਨ ਦੇ ਵਿੱਚ ਹੀ ਲੱਗ ਜਾਂਦੇ ਹਨ। ਬਚਿੱਤਰ ਮੰਦਰ ਸੋਭੰਤ ਬਸਤਰਾ ਇਤੇ ਅੰਤ ਮਾਇਆ ਵਿਆਪਤੰ। ਉਦੋਂ ਦੇ ਮਹਾਰਾਜ ਦੀ ਅਵਸਥਾ ਦੱਸਦੇ ਕਿ ਜਦੋਂ ਭਰ ਜਵਾਨੀ ਦੇ ਵਿੱਚ ਆਪਣੇ ਆਪ ਨੂੰ ਸ਼ਿੰਗਾਰਦਾ ਤੇ ਹੋਰ ਉਸ ਦੇ ਮਨ ਦੇ ਵਿੱਚ ਚਾਅ ਕੀ ਉੱਠਦੇ ਹਨ, ਬਚਿੱਤਰ ਮੰਦਰੰ, ਕਹਿੰਦਾ ਵੀ ਰੰਗ ਬਰੰਗੇ ਘਰਾਂ ਦੇ ਵਿੱਚ ਮੈਂ ਆਪਣਾ ਵਾਸ ਕਰਾਂ। ਬਚਿੱਤਰ ਮੰਦਰੰ ਸੁਭੰਤ ਬਸਤਰਾ, ਸ਼ੋਭਨੀਕ ਵਸਤਰ ਪਾਉਣ ਦੇ ਵਿੱਚ, ਜਿਹੜਾ ਵੀ ਕੋਈ ਨਵਾਂ ਫੈਸ਼ਨ ਆਵੇ ਜਾਂ ਨਵਾਂ ਕੋਈ ਮਾਰਕੀਟ ਦੇ ਵਿੱਚ ਕੋਈ ਵਸਤਰ ਆਵੇ, ਉਹ ਆਖਦਾ ਕਿ ਸਭ ਤੋਂ ਪਹਿਲਾਂ ਮੈਂ ਇਸ ਨੂੰ ਪਾਵਾਂ, ਕਿ ਮੈਂ ਇਸ ਨੂੰ ਪਾਉਣ ਦਾ ਪਹਿਲਾਂ ਚਾਹਵਾਨ ਹੋਵਾਂ, ਜਾਂ ਮੈਂ ਇਹਨਾਂ ਨੂੰ ਪਾ ਕੇ ਪਹਿਲਾਂ ਹੰਡਾਵਾਂ। ਜਿਹੜੇ ਵੀ ਦੁਕਾਨਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਕੋਈ ਜਿਹੜੇ ਸ਼ੋਭਨੀਕ ਵਸਤਰ ਆਉਂਦੇ ਆ, ਸ਼ੋਭਨੀਕ ਸੁਭੰਤ ਬਸਤਰਾ ਇਤਿਅੰਤ ਮਾਇਆ ਵਿਆਪਤੰ, ਇਤਿਅੰਤ ਇੰਨੀ ਜ਼ਿਆਦੀ ਮਾਇਆ ਫਿਰ ਉਸ ਜੀਵ ਨੂੰ ਜਿਹੜੀ ਹੈ ਜਦੋਂ ਜਵਾਨੀ ਦੀ ਉਮਰ ਆਉਂਦੀ ਹੈ, ਜਵਾਨੀ ਦੀ ਜਦੋਂ ਅਵਸਥਾ ਆਉਂਦੀ ਹੈ, ਫਿਰ ਮਨ ਦੇ ਵਿੱਚ ਚਾਅ ਹੁੰਦਾ ਕਿ ਮੈਂ ਵੱਡੇ ਵੱਡੇ ਮਹਿਲ ਖੜੇ ਕਰ ਲਵਾਂ ਤੇ ਸ਼ੋਭੰਤ ਬਸਤਰਾ ਜਾਂ ਚੰਗੇ ਚੰਗੇ ਵਸਤਰ ਹਟਾਵਾਂ। ਇਤਿਅੰਤ ਮਾਇਆ ਵਿਆਪਤੰ, ਇਤਿਆਦਿਕ ਜਿਹੜੀ ਮਾਇਆ ਹੈ ਇਹ ਜੀਵ ਨੂੰ ਵਿਆਪਦੀ ਹੈ। ਹੇ ਅਚੁੱਤ ਸਰਨ ਸੰਤ ਨਾਨਕ ਓ ਭਗਵਾਨ ਏ ਨਮః। ਹਰੀ ਲਾਲ ਕ੍ਰਿਸ਼ਨ ਲਾਲ ਨੂੰ ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੀਵ ਦੀ ਹਾਲਤ ਦਰਸਾਈ ਨਾ, ਤੇ ਬੜਾ ਜ਼ਿਆਦਾ ਮਨ ਦੁਖੀ ਹੋਇਆ, ਬੜਾ ਜ਼ਿਆਦਾ ਮਨ ਵਿਰਾਗ ਦੇ ਵਿੱਚ ਆ ਗਿਆ ਹਰੀ ਲਾਲ ਕ੍ਰਿਸ਼ਨ ਦਾ। ਮਹਾਰਾਜ ਜੀ ਅੱਗੇ ਬੇਨਤੀ ਕੀਤੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ, ਇਹ ਮਾਇਆ ਇੰਨੀ ਜ਼ਿਆਦੀ ਬੰਦੇ ਨੂੰ ਜਦੋਂ ਜਵਾਨੀ ਦੇ ਉੱਪਰ ਵਿਆਪਦੀ ਹੈ, ਸੱਚੇ ਪਾਤਸ਼ਾਹ ਇਹਦੇ ਬਚਣ ਦਾ ਵੀ ਤੇ ਕੋਈ ਮਹਾਰਾਜ ਉਪਾਅ ਹੋਵੇਗਾ ਨਾ। ਮਹਾਰਾਜ ਜੀ ਨੇ ਅੱਗੋਂ ਉਪਦੇਸ਼ ਬਖਸ਼ਿਸ਼ ਕੀਤਾ ਕਿ ਭਾਈ ਬਚਣ ਦਾ ਵੀ ਇੱਕ ਉਪਾਅ ਹੈ। ਕੀ ਉਪਾਅ ਹੈ? ਹੇ ਅਚੁੱਤ ਸਰਨ ਸੰਤ ਨਾਨਕ, ਕਿ ਹੇ ਅਗੇੜ ਸਰੂਪ ਪਰਮਾਤਮਾ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਅਸੀਂ ਸਰਨ ਸੰਤ ਆਪ ਜੀ ਦੇ ਮਹਾਰਾਜ ਜਿਹੜੇ ਸ਼ਾਂਤ ਚਿੱਤ ਮਨ ਵਾਲੇ ਮਹਾਤਮਾ ਜਨ ਹਨ, ਉਹਨਾਂ ਦੀ ਸ਼ਰਨ ਹੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਜਿਹੜੇ ਸ਼ਾਂਤ ਚਿੱਤ ਬਿਰਤੀ ਵਾਲੇ ਮਹਾਤਮਾ ਜਨ ਹਨ, ਸਾਧੂ ਜਨ ਹਨ, ਸੰਤ ਜਨ ਹਨ, ਗੁਰਮੁਖ ਪਿਆਰੇ, ਉਹਨਾਂ ਦੀ ਮਹਾਰਾਜ ਸ਼ਰਨ ਦੇ ਵਿੱਚ ਅਸੀਂ ਪਏ ਹਾਂ, ਜਾਂ ਸਾਨੂੰ ਸ਼ਰਨ ਦੇ ਵਿੱਚ ਪਾ ਦਿਓ ਗੁਰਮੁਖ ਪਿਆਰਿਆਂ ਦੀ। ਭੋ ਭਗਵਾਨ ਇਹ ਨਮః, ਹੇ ਭੋ
ਜਿਹੜਾ ਧਰਤੀ ਨੂੰ ਧੀਰਜ ਬਖਸ਼ਣਹਾਰ ਹੈ, ਭੋ ਭਗਵਾਨ। ਭਗਵਾਨ ਕਹਿੰਦਾ ਖਟ ਭਗਾਂ ਸੰਪੰਨ ਪਰਮੇਸ਼ਰ ਨਹਿ ਪਰਮਾਤਮਾ ਇਹ ਨਾਮ ਹੈ। ਆਪ ਜੀ ਦੇ ਤਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਨਮਸਕਾਰ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨਮਸਕਾਰ ਕਰਕੇ ਹਜੂਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਮਹਾਰਾਜ ਆਪ ਜੀ ਆਪਣੇ ਸ਼ਾਂਤ ਚਿੱਤ ਜਿਹੜੇ ਮਹਾਤਮਾ ਹਨ ਉਹਨਾਂ ਦੀ ਸ਼ਰਨ ਦੇ ਵਿੱਚ ਪਾ ਲਓ। ਜਨਮੰ ਤਾ ਮਰਨੰ ਹਰਖੰ ਤਾ ਸੋਗੰ। ਜਦੋਂ ਖਾਲਸਾ ਜੀ ਜੀਵ ਦੀ ਮਾਤਾ ਦੇ ਗਰਭ ਦੇ ਵਿੱਚ ਜਦੋਂ ਉਤਪੰਨਤਾ ਹੁੰਦੀ ਹੈ ਤੇ ਇਸ ਸਮੇਂ ਤੋਂ ਹੀ ਜੀਵ ਦੇ ਮਰਨ ਦੇ ਵੀ ਲੇਖ ਲਿਖੇ ਜਾਂਦੇ ਹਨ। ਤਦੋਂ ਹੀ ਫਿਰ ਖਾਲਸਾ ਜੀ ਕੀ ਹੁੰਦਾ ਹੈ, ਮਰਨ ਲਿਖਾਏ ਮੰਡਲ ਮਹਿ ਆਏ। ਜਿਹੜਾ ਵੀ ਸੰਸਾਰ ਦੇ ਉੱਪਰ ਜਨਮ ਧਾਰ ਕੇ ਆਇਆ ਉਹਨੂੰ ਮਰਨਾ ਵੀ ਪੈਣਾ ਹੈ। ਇਹ ਨਹੀਂ ਕਿ ਕੋਈ ਬਚ ਜਾਵੇਗਾ। ਹਰੇਕ ਦਾ ਹੀ ਇਹ ਪੰਜ ਭੂਤਕ ਸਰੀਰ ਨਾਸ ਹੋਣਾ ਹੈ। ਜਿਹੜਾ ਵੀ ਜਨਮ ਧਾਰ ਕੇ ਆਇਆ ਹੈ ਜਨਮੰ ਤਾਂ ਮਰਨਾ, ਉਸ ਨੂੰ ਮਰਨਾ ਵੀ ਪੈਣਾ ਹੈ। ਹਰਖੰ ਤਾ ਸੋਗੰ। ਤੇ ਜੇ ਫਿਰ ਪਦਾਰਥ ਪ੍ਰਾਪਤ ਹੋ ਜਾਣ ਬੜਾ ਜ਼ਿਆਦਾ ਖੁਸ਼ ਹੁੰਦਾ ਹੈ ਜੀਵ। ਹਰਖੰ ਤਾ ਸੋਗੰ। ਤੇ ਜੇ ਪਦਾਰਥ ਜਿਹੜੇ ਕਿਤੇ ਚਲੇ ਜਾਣ ਕਿਸੇ ਕਾਰਨ ਕਰਕੇ ਤੇ ਫਿਰ ਹਰਖੰ ਤਾ ਸੋਗੰ। ਫਿਰ ਕੀ ਹੁੰਦਾ ਹੈ ਖਾਲਸਾ ਜੀ, ਜਿਹੜੇ ਪਦਾਰਥਾਂ ਦੇ ਆਉਣ ਕਰਕੇ ਬੜਾ ਜ਼ਿਆਦਾ ਖੁਸ਼ੀ ਹੋਈ ਨਾ, ਹਰਖ ਹੋਇਆ, ਉਹਨਾਂ ਦੇ ਜਾਣ ਕਰਕੇ ਫਿਰ ਕੀ ਹੁੰਦਾ ਹੈ, ਸੋਗੰ, ਬੜਾ ਜ਼ਿਆਦਾ ਦੁੱਖ ਵੀ ਹੁੰਦਾ ਹੈ। ਭੋਗੰ ਤਾ ਰੋਗੰ। ਤੇ ਜਦੋਂ ਪਦਾਰਥ ਭੋਗਣ ਨੂੰ ਮਿਲ ਜਾਣ, ਪਦਾਰਥਾਂ ਨੂੰ ਜਦੋਂ ਭੋਗਦਾ ਹੈ, ਭੋਗੰ ਤਾ ਰੋਗੰ, ਫਿਰ ਉਹਨਾਂ ਪਦਾਰਥਾਂ ਦੇ ਭੋਗਣ ਕਰਕੇ ਬੜੇ ਜ਼ਿਆਦਾ ਰੋਗ ਵੀ ਵੱਧ ਜਾਂਦੇ ਹਨ। ਇਸ ਕਰਕੇ ਪਦਾਰਥਾਂ ਦੇ ਵਿੱਚ ਖਚਤ ਨਹੀਂ ਹੋਣਾ। ਪਦਾਰਥ ਜਦੋਂ ਆਉਣ ਖਾਲਸਾ ਜੀ ਜਿਹੜੇ ਗੁਰਮੁਖ ਪਿਆਰੇ ਹੁੰਦੇ ਹਨ ਉਹਨਾਂ ਦੀ ਬਿਰਤੀ ਜਿਹੜੀ ਆ ਇੱਕ ਸਮਾਨ ਹੁੰਦੀ ਹੈ। ਨਾ ਹੀ ਖਾਲਸਾ ਜੀ ਉਹ ਪਦਾਰਥਾਂ ਦੇ ਆਉਣ ਕਰਕੇ ਬਹੁਤਾ ਜ਼ਿਆਦਾ ਖੁਸ਼ ਹੁੰਦੇ ਆ ਤੇ ਨਾ ਹੀ ਪਦਾਰਥ ਜਾਣ ਕਰਕੇ ਕਦੀ ਦੁਖੀ ਹੀ ਹੁੰਦੇ ਹਨ। ਤੇ ਫਿਰ ਕੀ ਹੁੰਦਾ ਹੈ, ਕਿਉਂਕਿ ਉਹ ਭੋਗਦੇ ਹੀ ਨਹੀਂ, ਬਹੁਤੇ ਪਦਾਰਥ ਭੋਗਦੇ ਨਹੀਂ ਤੇ ਰੋਗ ਵੀ ਉਹਨਾਂ ਨੂੰ ਕਿੱਥੇ ਹੋਣਾ ਹੈ। ਪਰ ਜਿਹੜੇ ਪਦਾਰਥਾਂ ਨੂੰ ਭੋਗਦੇ ਆ ਮਹਾਰਾਜ ਜੀ ਆਖਦੇ ਕਿ ਫਿਰ ਉਹਨਾਂ ਨੂੰ ਦੁੱਖ ਵੀ ਬੜਾ ਹੁੰਦਾ ਹੈ, ਰੋਗ ਵੀ ਫਿਰ ਉਹਨਾਂ ਪਦਾਰਥਾਂ ਨੂੰ ਭੋਗਣ ਕਰਕੇ ਲੱਗਦੇ ਹਨ। ਊਚੰ ਤਾ ਨੀਚੰ ਨਾਨਾ ਸੋ ਮੂਚੰ। ਜੇ ਕੋਈ ਸੰਸਾਰ ਦੇ ਉੱਪਰ ਉੱਚਾ ਹੈ, ਉੱਚੀ ਪਦਵੀ ਦਾ ਮਾਲਕ ਹੈ, ਊਚੰ ਤਾ ਨੀਚੰ, ਫਿਰ ਉਹਦੀ ਉਹ ਜਿਹੜੀ ਪਦਵੀ ਕਦੀ ਖੁੱਸ ਵੀ ਜਾ ਸਕਦੀ ਹੈ, ਕਦੀ ਉਹ ਨੀਵੀਂ ਪਦਵੀ ਦੇ ਉੱਪਰ ਵੀ ਆ ਸਕਦਾ ਹੈ, ਕਦੀ ਨਿਵਾਣ ਦੇ ਪਾਸੇ ਵੀ ਆ ਸਕਦਾ ਹੈ। ਨਾਨਾ ਸੋ ਮੂਚੰ, ਜੇਕਰ ਕੋਈ ਛੋਟਾਪਣ ਹੈ ਕਿਸੇ ਦੇ ਵਿੱਚ, ਨਾਨਾ ਸੋ ਮੂਚੰ, ਤੇ ਉਹਨੂੰ ਮਹਾਰਾਜ ਜੀ ਵੱਡੇ ਕਰਨ ਦੀ ਸਮਰੱਥਾ ਵੀ ਰੱਖਦੇ ਆ। ਨਾਨਾ ਸੋ ਮੂਚੰ, ਜੇਕਰ ਕੋਈ ਵੱਡਾਪਣ ਹੈ ਕਿਸੇ ਦੇ ਵਿੱਚ, ਵਡੇਪਾ ਹੈ, ਤੇ ਫਿਰ ਕਿਤੇ ਨਾ ਕਿਤੇ ਮਹਾਰਾਜ ਜੀ ਆਖਦੇ ਕਿ ਫਿਰ ਉੱਥੇ ਛੋਟਾਪਣ ਵੀ ਆ ਜਾਂਦਾ ਹੈ। ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਦੇ ਫਿਰ ਛੋਟਾਪਣ ਵੀ ਬਖਸ਼ ਕਰਦੇ ਹਨ। ਰਾਜੰ ਤਾ ਮਾਨੰ ਅਭਿਮਾਨੰ ਤਾ ਹੀਨੰ। ਤੇ ਜਦੋਂ ਕਿਤੇ ਰਾਜ ਸੱਤਾ ਹੱਥ ਦੇ ਵਿੱਚ ਆ ਜਾਏ ਜਾਂ ਵੱਡੀ ਪਦਵੀ ਦਾ ਕੋਈ ਅਭਿਮਾਨੀ ਬਣ ਜਾਵੇ, ਜਿਵੇਂ ਆ ਬਾਦਲ ਕੇ ਖਾਲਸਾ ਜੀ ਮੁੱਖ ਮੰਤਰੀ ਦੇ ਪਦ ਦੇ ਉੱਪਰ ਹੁਣ ਵੇਖੋ ਰਾਜ ਸੱਤਾ ਦਾ ਹੰਕਾਰ ਹੈ ਨਾ, ਬੜਾ ਜ਼ਿਆਦਾ ਮਾਣ ਕਰਦੇ ਆ ਤੇ ਹੰਕਾਰ ਦੇ ਵਿੱਚ ਇੰਨੇ ਅੰਨੇ ਹੋ ਚੁੱਕੇ ਆ ਕਿ ਥਾਂ ਥਾਂ ਤੇ ਗੁਰੂ ਸਾਹਿਬ ਜੀ ਦੇ ਬੇਅਦਬੀਆਂ ਆਪਣੇ ਹੱਥੀਂ ਕਰਵਾ ਰਹੇ ਹਨ। ਵੇਖੋ ਆ 328 ਸਰੂਪਾਂ ਦੀ ਕਿੰਨੀ ਘੋਰ ਬੇਅਦਬੀ ਕੀਤੀ, ਉਹਨਾਂ ਦਾ ਪਤਾ ਹੀ ਨਹੀਂ ਲੱਗਣ ਦਿੱਤਾ। ਤੇ ਫਿਰ 450 ਸਰੂਪ ਜਿਹੜਾ ਸੀ ਉਹ ਕੈਨੇਡਾ ਦੇ ਵਿੱਚ ਜਿਹੜਾ ਸੀ ਉਹ ਸਿੱਲਿਆ ਹੀ ਹੋ ਗਿਆ, ਉਹਨੂੰ ਸਲਾਹ ਵੀ ਚੜ ਗਈ। 450 ਸਰੂਪ ਸੀ ਜਿਹੜਾ ਮਹਾਰਾਜ ਜੀ ਦਾ। ਏਦਾਂ ਆਖਦੇ ਮਹਾਰਾਜ ਜੀ ਕਿ ਰਾਜੰ ਤਾਂ ਮਾਨ, ਜਦੋਂ ਬੰਦਾ ਰਾਜ ਸੱਤਾ ਦੇ ਵਿੱਚ ਆਵੇ ਨਾ ਉਹਨੂੰ ਫਿਰ ਮਾਣ ਹੰਕਾਰ ਹੋ ਜਾਂਦਾ ਹੈ। ਤੇ ਫਿਰ ਜਦੇ ਕਿਤੇ ਮਾਣ ਦਾ ਹੰਕਾਰ ਹੋ ਜੇ, ਪਦਾਰਥਾਂ ਦਾ ਹੰਕਾਰ ਹੋ ਜਾਵੇ, ਅਭਿਮਾਨੰ ਤਾਂ ਹੀਨੰ, ਫਿਰ ਉਹ ਹੰਕਾਰ ਕਰਕੇ ਕੀ ਹੁੰਦਾ ਹੈ, ਹੀਨੰ, ਨਾਸ ਵੀ ਹੋ ਜਾਂਦਾ ਹੈ ਉਹ ਬੰਦਾ। ਇੱਕ ਖਾਲਸਾ ਦੀ ਕਹਾਵਤ ਸਿਆਣੇ ਆਖਦੇ ਹਨ, ਤਪੋਂ ਰਾਜ ਤੇ ਰਾਜੋਂ ਨਰਕ। ਤਪ ਕਰਕੇ ਬੰਦੇ ਨੂੰ ਰਾਜ ਪ੍ਰਾਪਤ ਹੁੰਦਾ ਹੈ ਤੇ ਜਦੋਂ ਰਾਜ ਦਾ ਹੰਕਾਰ ਹੋ ਜਾਵੇ ਤਾਂ ਫਿਰ ਸਿੱਧਾ ਹੀ ਨਰਕਾਂ ਨੂੰ। ਹਾਂਜੀ, ਜਦੋਂ ਕਿਤੇ ਪਦਾਰਥਾਂ ਦਾ ਮਾਣ ਹੋ ਜਾਵੇ, ਅਭਿਮਾਨੰ ਤਾਂ ਹੀਨੰ, ਜੇ ਹੰਕਾਰ ਹੋ ਜਾਵੇ ਕੀ ਹੁੰਦਾ, ਫਿਰ ਨਾਸ ਹੋ ਜਾਂਦਾ ਹੈ। ਵਰ ਵਿਰਤ ਮਾਰਗੰ ਵਰਤੰਤ ਬਿਨਾਸਨੰ। ਜਿਹੜਾ ਮਾਇਆ ਦੀ ਪ੍ਰਵਿਰਤੀ ਦੇ ਰਸਤੇ ਦੇ ਉੱਪਰ ਜਿਹੜਾ ਜੀਵ ਵਰਤ ਵਿਚਰ ਰਿਹਾ ਹੈ, ਬਿਨਾਸਨੰ, ਮਹਾਰਾਜ ਜੀ ਆਖਦੇ ਕਿ ਉਹ ਮਾਇਆ ਦੀ ਪ੍ਰਵਿਰਤੀ ਕਰਕੇ ਜਿਹੜਾ ਜੀਵ
ਵਿਚਰ ਰਿਹਾ ਹੈ ਸੰਸਾਰ ਦੇ ਵਿੱਚ, ਮਾਇਆ ਦੀ ਪ੍ਰਵਿਰਤੀ ਦੇ ਰਸਤੇ ਦੇ ਉੱਪਰ ਵਿਚਰ ਰਿਹਾ ਹੈ, ਉਹਨੇ ਵਿਨਾਸ਼ ਹੋ ਜਾਣਾ ਹੈ, ਨਾਸ ਹੋ ਜਾਣਾ ਹੈ। ਗੋਬਿੰਦ ਭਜਨ ਸਾਧ ਸੰਗੇਨ ਆਸਥਿਰੰ ਨਾਨਕ ਭਗਵੰਤ ਭਜਨ ਆਸਨੰ। ਗੋਬਿੰਦ ਭਜਨ ਸਾਧ ਸੰਗੇਨ ਅਸਥਿਰੰ, ਅਸਥਿਰੰ ਤੇ ਦਾ ਵਿਸ਼ਰਾਮ ਲਾਉਣਾ ਹੈ। ਤਾਂ ਮਹਾਰਾਜ ਜੀ ਆਖਦੇ ਵੀ ਗੋਬਿੰਦ ਭਜਨ, ਗੋਬਿੰਦ ਜੋ ਧਰਤੀ ਦਾ ਬਿੰਦ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਉਹਦਾ ਜਿਹੜਾ ਭਜਨ ਹੈ, ਸਾਧ ਸੰਗੇਨ ਅਸਥਿਰੰ, ਸਾਧ ਜਿਹੜੇ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਸੰਗੇਨ ਉਹਨਾਂ ਦੀ ਸੰਗਤ ਕਰਕੇ ਅਸਥਿਰੰ ਟਿਕਿਆ ਰਹਿੰਦਾ ਹੈ ਪਰਮੇਸ਼ਰ ਦਾ ਨਾਮ, ਜਾਂ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਆ। ਗੋਬਿੰਦ ਭਜਨ ਸਾਧ ਸੰਗੇਨ, ਸਾਧਾਂ ਦੀ ਸੰਗਤ ਦੇ ਵਿੱਚ ਕਰਕੇ, ਜਾਂ ਸਾਧ ਸੰਗਤ ਦੀ ਜਿਨ੍ਹਾਂ ਨੂੰ ਜਦੋਂ ਲੋੜ ਮਹਿਸੂਸ ਹੁੰਦੀ, ਸਾਧਾਂ ਦੀ ਸੰਗਤ ਕਰਕੇ ਜਦੋਂ ਨਾਮ ਜਪਦੇ ਆ ਨਾ, ਅਸਥਿਰੰ, ਉਹ ਜਿਹੜੇ ਆਪਣੇ ਸੁਖ ਸਰੂਪ ਦੇ ਵਿੱਚ ਅਸਥਿਤ ਹੋ ਜਾਂਦੇ ਹਨ। ਉਹਨਾਂ ਨੂੰ ਫਿਰ ਕੋਈ ਵੀ ਖਾਲਸਾ ਜੀ ਕੋਈ ਡੁਲਾ ਨਹੀਂ ਸਕਦਾ, ਅਸਥਿਰ ਹੋ ਜਾਂਦੇ ਹਨ। ਨਾਨਕ ਅੱਗੋਂ ਪੜੋ ਜੀ। ਨਾਨਕ ਭਗਵੰਤ ਭਜਨ ਆਸਨੰ। ਇਸ ਕਰਕੇ ਜਿਹੜਾ ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਦੇ ਵਾਸਤੇ ਕੀ ਹੈ, ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਭਜਨ ਆਸਨੰ, ਸੰਧੀ ਵਿਛੇਦ ਕਰਕੇ ਇਹਦੇ ਅਰਥ ਕਰਨੇ ਹਨ। ਭਗਵੰਤ ਭਜਨ ਆਸਨੰ, ਭਜਨ ਪਲਸ ਆਸਨੰ, ਆਸਨੰ ਕਹੀਦਾ ਹੈ ਪਦਵੀ ਨੂੰ ਜਾਂ ਆਸਨ ਨੂੰ। ਕਹਿੰਦੇ ਵੀ ਉਹਨਾਂ ਦੇ ਵਾਸਤੇ ਜਿਹੜਾ ਹੈ ਪਰਮੇਸ਼ਰ ਦਾ ਨਾਮ ਹੀ ਆਸਣ ਬਣ ਜਾਂਦਾ ਹੈ। ਉਹ ਫਿਰ ਪਰਮੇਸ਼ਰ ਦੇ ਨਾਮ ਦਾ ਹੀ ਕੋਈ ਇੱਕ ਭੋਜਨ ਛਕਦੇ। ਆਸਨੰ ਨਾਉ ਹੈ ਭੋਜਨ ਦਾ, ਉਹ ਫਿਰ ਭਜਨ ਦਾ ਹੀ ਜਿਹੜਾ ਹੈ ਭਜਨ ਆਸਨੰ, ਭਜਨ ਦਾ ਹੀ ਉਹ ਭੋਜਨ ਛਕਦੇ ਹਨ। ਕਦੇ ਵੀ ਪਰਮੇਸ਼ਰ ਦੇ ਨਾਮ ਨੂੰ ਉਹ ਵਿਸਾਰਦੇ ਨਹੀਂ। ਤੇ ਤੀਜੇ ਅਰਥਾਂ ਦੇ ਵਿੱਚ ਕਰਨਾ ਹੈ ਭਗਵੰਤ ਭਜਨ ਆਸ ਨੰ, ਆਸ ਵੱਖਰਾ, ਨੰ ਵੱਖਰਾ ਕਰਕੇ ਤੇ ਮਹਾਰਾਜ ਜੀ ਇਹਦੇ ਅਰਥ ਕਰਦੇ ਹਨ ਭਗਵੰਤ ਭਜਨ ਆਸ ਨੰ, ਭਜਨ ਆਸ ਨੰ। ਤੇ ਹੋਰ ਕਿਤੇ ਵੀ ਉਹ ਜਿਹੜੇ ਗੁਰਮੁਖ ਪਿਆਰੇ ਹੁੰਦੇ ਹਨ, ਉਹ ਭਜਨ ਤੋਂ ਬਿਨਾ ਹੋਰ ਕਿਸੇ ਦੇ ਉੱਪਰ ਵੀ ਆਸ ਨਹੀਂ ਕਰਦੇ, ਤੇ ਫਿਰ ਭਜਨ ਤੋਂ ਬਿਨਾ ਹੋਰ ਉਹਨਾਂ ਨੂੰ ਕੋਈ ਦੂਜੀ ਆਸ ਨਹੀਂ ਕਿਸੇ ਦੇ ਪਾਸੋਂ ਰਹਿੰਦੀ। ਭਾਵ ਕਿ ਉਹ ਜਿਹੜੇ ਹਨ ਉਹ ਆਸਾ ਅਤੇ ਮਨਸਾ ਤੋਂ ਰਹਿਤ ਹੋ ਜਾਂਦੇ ਹਨ। ਇੱਕੋ ਇੱਕ ਉਹਨਾਂ ਨੂੰ ਭਗਵੰਤ ਦੇ ਨਾਮ ਦੀ ਆਸ ਰਹਿੰਦੀ ਹੈ, ਪਰਮਾਤਮਾ ਦੇ ਨਾਮ ਦੀ ਹੀ ਆਸ ਰਹਿੰਦੀ ਹੈ। ਕਿਰਪੰ ਤਾ ਹਰਿਯੰ ਮਤ ਤਤ ਗਿਆਨੰ। ਤੇ ਜਦੋਂ ਕਿਰਪੰ ਤਾ ਹਰਿਯੰ, ਹਰਿ ਅਕਾਲ ਪੁਰਖ ਵਾਹਿਗੁਰੂ ਦੀ ਜੇ ਕਿਰਪਾ ਹੋ ਜਾਵੇ। ਬਗਸੀ ਦੇ ਬੁੱਧਾ ਕੁਸਲ ਥਾਨੰ। ਮਤ ਤਤ ਗਿਆਨੰ, ਤੇ ਫਿਰ ਉਹਦੀ ਮਤ ਦੇ ਵਿੱਚ ਜਿਹੜੀ ਹੈ ਤਤ ਗਿਆਨ ਆ ਜਾਂਦਾ ਹੈ, ਪਰਮੇਸ਼ਰ ਦਾ ਜਿਹੜਾ ਸਾਰ ਗਿਆਨ ਆ ਜਾਂਦਾ ਹੈ, ਉਹਨਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ, ਜਿਸ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ। ਬਖਸ਼ੀਦ ਬੁੱਧਾ ਕੁਸਲ ਥਾਨ, ਫਿਰ ਉਹਨਾਂ ਦੀ ਜਿਹੜੀ ਬੁੱਧੀ ਹੁੰਦੀ ਹੈ ਉਹ ਕਰੁਣਾ ਮੈਦਤੀ ਜਿਹੜੀ ਹੈ, ਕਰੁਣਾ ਮੈਤਰੀ ਮੁਦਤਾ ਅਪੇਖਿਆ ਰੂਪੀ ਜਿਹੜੀਆਂ ਪੰਖੜੀਆਂ ਹਨ, ਇਹਨਾਂ ਦੇ ਨਾਲ ਬਿਗਸੀਦ ਖਿੜ ਜਾਂਦੀ ਹੈ ਉਹਨਾਂ ਦੀ ਬੁੱਧੀ। ਤੇ ਕੁਸਲ ਥਾਨੰ, ਉਹ ਪਰਮੇਸ਼ਰ ਦਾ ਜਿਹੜਾ ਕੁਸਲ ਥਾਨ, ਸੁਖ ਸਾਂਦ ਵਾਲਾ ਥਾਨ, ਜਿਹੜਾ ਸੁਖ ਸਰੂਪ ਸਥਾਨ ਹੈ ਪਰਮੇਸ਼ਰ ਦਾ, ਉਹ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਬਸ ਅੰਤ ਰਿਖਿਅੰ ਤਿਆਗ ਮਾਨੰ। ਤੇ ਉਹਨਾਂ ਦੇ ਫਿਰ ਜਦੋਂ ਕਿਰਪਾ ਹੋ ਜਾਂਦੀ ਹੈ ਐਸੇ ਜੀਵਾਂ ਦੇ ਉੱਪਰ, ਬਸਯੰਤ ਰਿਖਿਅੰ, ਜਿਹੜੀਆਂ ਇੰਦਰੇ ਹਨ, 5 ਗਿਆਨ ਇੰਦਰੇ, 5 ਕਰਮ ਇੰਦਰੇ, ਇੰਦਰੀਆਂ ਉਹਨਾਂ ਦੇ ਵਸ ਦੇ ਵਿੱਚ ਹੋ ਜਾਂਦੀਆਂ ਹਨ। ਬਸਯੰਤ ਰਿਖਿਅੰ ਤਿਆਗ ਮਾਨੰ, ਤੇ ਉਹ ਫਿਰ ਆਪਣਾ ਜਿੰਨਾ ਵੀ ਇਹ ਸਰੀਰ ਦਾ ਮੋਹ ਹੈ ਜਾਂ ਜਿਹੜਾ ਪਦਾਰਥਾਂ ਦਾ ਹੰਕਾਰ ਹੈ ਉਹ ਛੱਡ ਦਿੰਦੇ ਹਨ। ਜਾਂ ਬਸਯੰਤ ਰਿਖਿਅੰ, ਰੇਖ ਨਾਉ ਹੈ ਧਰਮ ਰਾਜ ਦਾ। ਇੱਕ ਵਾਰੀ ਕੀ ਹੋਇਆ ਖਾਲਸਾ ਜੀ, ਇੱਕ ਰੇਖ ਨਾਮੇ ਕੋਈ ਰਿਸ਼ੀ ਮੁਨੀ ਸੀ, ਤੇ ਧਰਮਰਾਜ ਉਹਦਾ ਭੇਸ ਧਾਰ ਕੇ ਤੇ ਉਸਦੇ ਘਰ ਦੇ ਵਿੱਚ ਚਲਿਆ ਗਿਆ। ਉਹਦੇ ਕਮਰੇ ਦੇ ਵਿੱਚ ਜਦੋਂ ਪ੍ਰਵੇਸ਼ ਕੀਤਾ ਤੇ ਬਾਹਰ ਆਪਣਾ ਜੋੜਾ ਉਤਾਰ ਗਿਆ। ਤੇ ਜਦੋਂ ਮਹਾਤਮਾ ਆਏ ਰੇਖਨਾਮੇ, ਉਹਨਾਂ ਨੇ ਜਦੋਂ ਬਾਹਰ ਜੋੜਾ ਲੱਥਾ ਵੇਖਿਆ ਤੇ ਕਹਿੰਦੇ ਵੀ ਜੇ ਮੈਂ ਅੰਦਰ ਗਿਆ ਤੇ ਉਹ ਡਰ ਜਾਵੇਗਾ ਬੰਦਾ ਜਿਹੜਾ ਅੰਦਰ ਹੋਵੇਗਾ, ਇਸ ਕਰਕੇ ਉਹ ਬਾਹਰ ਹੀ ਖੜੇ ਰਹੇ। ਤੇ ਜਦੋਂ ਬਾਹਰ ਧਰਮਰਾਜ ਆਇਆ, ਉਹ ਰੇਖਨਾਮੇ ਪੰਡਤ ਜੀ ਦੇ ਭੇਖ ਦੇ ਵਿੱਚ, ਉਹ ਰਿਖੀਆਂ ਦੇ ਭੇਖ ਦੇ ਵਿੱਚ ਸੀ। ਤੇ ਜਦੋਂ ਰਿਖੀ ਨੇ ਆਪਣਾ ਭੇਸ ਧਾਰੇ ਨੂੰ ਵੇਖਿਆ ਨਾ ਧਰਮਰਾਜ ਨੂੰ, ਉਹਨੂੰ ਕਿਹਾ ਕਿ ਜਾ ਤੇਰਾ ਵੀ ਨਾਂ ਅੱਜ ਤੋਂ ਰਿਖ ਹੀ ਪੈ ਜਾਵੇਗਾ। ਇਸ ਕਰਕੇ ਉਦੋਂ ਤੋਂ ਧਰਮਰਾਜ ਨੂੰ ਜਿਹੜਾ ਰਿਖ ਕਰਕੇ ਜਾਣਿਆ ਜਾਂਦਾ। ਤੇ ਮਹਾਰਾਜ ਜੀ ਆਖਦੇ ਕਿ ਜਿਨ੍ਹਾਂ ਦੇ ਉੱਪਰ ਕਿਰਪੰਤਾ ਹਰਿਯੰ, ਹਰੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਨਾ,
ਤੇ ਫਿਰ ਉਹਨਾਂ ਦੇ ਜਿਹੜਾ ਰਿਖੀ ਧਰਮ ਰਾਜ ਆ ਉਹ ਵੀ ਵਸ ਦੇ ਵਿੱਚ ਹੋ ਜਾਂਦਾ ਹੈ। ਉਹ ਵੀ ਆਪਣੇ ਦੂਤਾਂ ਨੂੰ ਇਹ ਫਿਰ ਗੱਲ ਦੀ ਜਿਹੜੀ ਹੈ ਚੇਤਾਵਨੀ ਕਰ ਦਿੰਦਾ ਹੈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਨਹੀਂ ਛੁੱਟਾ ਹੈ, ਨਿਕਟ ਨਾ ਜਾਈਓ ਦੂਤ। ਹੈ ਦੂਤੋ ਸੇਵਕੋ, ਜਿੱਥੇ ਵੀ ਗੁਰਮੁਖ ਪਿਆਰੇ ਭਜਨ ਬੰਦਗੀ ਕਰਦੇ ਹੋਣ ਨਾ, ਗੋਬਿੰਦ ਦਾ ਕੀਰਤਨ ਕਰਦੇ ਹੋਣ, ਜਸ ਵਡਿਆਈ ਕਰਦੇ ਹੋਣ, ਉਥੇ ਕਿਤੇ ਭੁੱਲ ਕੇ ਵੀ ਨਾ ਚਲੇ ਜਾਇਓ। ਨਾ ਤੇ ਧਰਮਪੁਰੀ ਛੁੱਟੂਗੀ, ਨਾ ਹੀ ਮੈਂ ਛੁੱਟਾਂਗਾ ਤੇ ਨਾ ਹੀ ਤੁਸੀਂ ਛੁੱਟੋਗੇ। ਇਸ ਤਰ੍ਹਾਂ ਧਰਮ ਰਾਜਾ ਵੀ ਜਿਹੜਾ ਵਸ ਦੇ ਵਿੱਚ ਹੋ ਜਾਂਦਾ ਹੈ। ਤਿਆਗ ਮਾਨ, ਉਹ ਫਿਰ ਉਹਨਾਂ ਦਾ ਜਿਹੜਾ ਹੰਕਾਰ ਹੈ ਉਹ ਵੀ ਨਾਸ ਹੋ ਜਾਂਦਾ, ਹੰਕਾਰ ਵੀ ਛੱਡ ਦਿੰਦੇ ਹਨ, ਆਪਣੇ ਆਪ ਦੇ ਵਿੱਚ ਨਿਮਾਣਤਾ ਧਾਰਨ ਕਰ ਲੈਂਦੇ ਹਨ। ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ, ਤੇ ਉਹ ਫਿਰ ਗੁਣ ਚੰਗਿਆਈਆਂ ਜਿਹੜੇ ਚੰਗਿਆਈ ਦੇ ਗੁਣ ਹਨ ਇਹਨਾਂ ਨੂੰ ਪ੍ਰਾਪਤ ਕਰ ਲੈਂਦੇ ਹਨ। ਜਿਵੇਂ ਖਾਲਸਾ ਜੀ ਕੋਈ ਫਲਦਾਰ ਬੂਟੇ ਨੂੰ ਫਲ ਬੜੇ ਜ਼ਿਆਦਾ ਲੱਗੇ ਹੋਣ ਨਾ, ਤੇ ਉਹ ਫਿਰ ਨਿਭ ਜਾਂਦਾ ਹੈ। ਉਹਨਾਂ ਨੂੰ ਫਿਰ ਜਿਹੜੇ ਪਰਮੇਸ਼ਰ ਦੇ ਸ਼ੁਭ ਗੁਣ ਰੂਪੀ ਫਲ ਹਨ ਉਹ ਲੱਗ ਜਾਂਦੇ ਹਨ, ਤੇ ਉਹ ਫਿਰ ਆਪਣੇ ਹੰਕਾਰ ਨੂੰ ਛੱਡ ਕੇ ਨਿਮਾਣਤਾ ਧਾਰਨ ਕਰ ਲੈਂਦੇ ਹਨ। ਬਸਯੰਤ ਰਿਖਿੰ ਤਿਆਗ ਮਾਨ, ਆਪਣਾ ਹੰਕਾਰ ਹੰਤਾ ਮਮਤਾ ਨੂੰ ਛੱਡ ਦਿੰਦੇ ਹਨ। ਸੀਤਲੰਤ ਹਿਰਦਯੰ ਦ੍ਰਿੜ ਸੰਤ ਗਿਆਨੰ, ਤੇ ਉਹ ਵਿਕਾਰਾਂ ਦੇ ਕਰਕੇ, ਤ੍ਰਿਸ਼ਨਾ ਦੇ ਕਰਕੇ, ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਕਰਕੇ ਜਿਹੜਾ ਮਨ ਬੜਾ ਜ਼ਿਆਦਾ ਜਲ ਰਿਹਾ ਹੁੰਦਾ ਹੈ, ਮਨ ਜਿਹੜਾ ਵਿਕਾਰਾਂ ਦੀ ਅੱਗ ਦੇ ਵਿੱਚ, ਤ੍ਰਿਸ਼ਨਾ ਦੀ ਅਗਨੀ ਦੇ ਵਿੱਚ ਸੜ ਰਿਹਾ ਹੁੰਦਾ ਹੈ, ਉਹ ਵੀ ਫਿਰ ਸ਼ੀਤਲ ਹੋ ਜਾਂਦਾ, ਠੰਡਾ ਹੋ ਜਾਂਦਾ। ਸੀਤਲ ਪਰਮੇਸ਼ਰ ਦਾ ਨਾਮ ਜਪਦੇ। ਸੀਤਲੰਤ ਹਿਰਦਯੰ ਦ੍ਰਿੜ ਸੰਤ ਗਿਆਨੰ, ਉਹਨਾਂ ਦਾ ਹਿਰਦਾ ਵੀ ਜਿਹੜਾ ਹੈ ਉਹ ਸ਼ੀਤਲ ਹੋ ਜਾਂਦਾ ਹੈ। ਦ੍ਰਿੜ ਸੰਤ ਗਿਆਨੰ, ਉਹ ਫਿਰ ਸੰਤਾਂ ਦੇ ਪਾਸੋਂ ਪਰਮੇਸ਼ਰ ਦੇ ਬ੍ਰਹਮ ਗਿਆਨ ਦੀ ਜਿਹੜੀ ਹੈ ਦ੍ਰਿੜਤਾ ਕਰਦੇ ਹਨ, ਪਰਮੇਸ਼ਰ ਦੇ ਬ੍ਰਹਮ ਗਿਆਨ ਦਾ ਜਿਹੜਾ ਨਿਸ਼ਚਾ ਧਾਰਦੇ ਹਨ। ਅਰਹੰਤ ਜਨਮੰ ਹਰ ਦਰਸ ਲੀਨਾ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਜਨਮ ਮਰਨ ਉਹਨਾਂ ਦਾ ਜਿਹੜਾ ਗੇੜ ਹੈ ਮੁੱਕ ਜਾਂਦਾ ਹੈ। ਰਹੰਤ ਜਨਮੰ ਹਰ ਦਰਸ ਲੀਨਾ, ਹਰੀ ਪਰਮੇਸ਼ਰ ਦੇ ਦਰਸ਼ਨਾਂ ਦੀ ਉਹਨਾਂ ਦੇ ਮਨ ਦੇ ਵਿੱਚ ਲਿਵ ਲੱਗ ਜਾਂਦੀ ਹੈ। ਉਹਨਾਂ ਦੀ ਲਿਵ ਕਾਦੇ ਵਿੱਚ ਲੱਗਦੀ ਹੈ ਕਿ ਕਿਤੇ ਨਾ ਕਿਤੇ ਪਰਮੇਸ਼ਰ ਦੇ ਕਿਤੇ ਦਰਸ਼ਨ ਹੀ ਹੋ ਜਾਣ। ਇਹ ਉਹਨਾਂ ਦੇ ਮਨ ਦਾ ਸੁਭਾਅ ਬਣ ਜਾਂਦਾ ਹੈ। ਦਰਸ ਪਿਆਸੀ ਦਿਨ ਸਰੈਨ, ਚਿਤਵ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਤੇ ਉਹਨਾਂ ਦੇ ਮਨ ਦੇ ਵਿੱਚ ਖਾਲਸਾ ਜੀ ਇਹ ਪਿਆਸ ਲੱਗ ਜਾਂਦੀ ਹੈ ਪਰਮੇਸ਼ਰ ਦੇ ਚਰਨਾਂ ਦੀ। ਜਿਸ ਤਰ੍ਹਾਂ ਜਿਹੜਾ ਬੰਬੀਹਾ ਹੁੰਦਾ ਹੈ ਉਹਨੂੰ ਸਵੰਤੀ ਬੂੰਦ ਦੀ ਪਿਆਸ ਲੱਗਦੀ ਹੈ, ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਪਿਆਰੇ ਹੁੰਦੇ ਹਨ ਉਹਨਾਂ ਨੂੰ ਫਿਰ ਖਾਲਸਾ ਜੀ ਪਰਮੇਸ਼ਰ ਦੇ ਦਰਸ਼ਨਾਂ ਦੀ ਜਿਹੜੀ ਹੈ ਉਹ ਪਿਆਸ ਲੱਗਦੀ ਹੈ। ਪਰਮੇਸ਼ਰ ਦੇ ਦਰਸ਼ਨ ਜਿਹੜੇ ਹਨ ਸਵਾਂਤੀ ਬੂੰਦ ਦੀ ਤਰ੍ਹਾਂ ਹੁੰਦੇ ਹਨ, ਤੇ ਜਿਹੜੇ ਜਗਿਆਸੂ ਹੁੰਦੇ ਹਨ, ਦਰਸ਼ਨਾਂ ਦੀ ਭਾਵਨਾ ਰੱਖਣ ਵਾਲੇ, ਉਹ ਫਿਰ ਇੱਕ ਬਬੀਹੇ ਦੀ ਤਰ੍ਹਾਂ ਹੋ ਜਾਂਦੇ ਹਨ। ਰਹੰਤ ਜਨਮੰ ਹਰ ਦਰਸ ਲੀਣਾ, ਉਹਨਾਂ ਦੀ ਲਿਵ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰਨ ਦੇ ਵਿੱਚ ਲੱਗ ਜਾਂਦੀ ਹੈ। ਬਾਜੰਤ ਨਾਨਕ ਸ਼ਬਦ ਬੀਨਾ, ਤੇ ਫਿਰ ਕੀ ਹੁੰਦਾ ਹੈ, ਬ੍ਰਹਮਾਕਾਰ ਬਿਰਤੀ ਦੇ ਕਰਕੇ ਅਜਪਾ ਜਾਪ ਦੀ ਧੁਨੀ ਨੂੰ ਸੁਣ ਕੇ ਉਹਨਾਂ ਦੇ ਖਾਲਸਾ ਜੀ ਹਿਰਦੇ ਦੇ ਵਿੱਚ ਬਾਜੰਤ ਨਾਨਕ ਸ਼ਬਦ ਬੀਨਾ, ਤੇ ਜਿਹੜੀ ਸ਼ਬਦ ਦੀ ਧੁਨੀ ਹੈ ਖਾਲਸਾ ਜੀ, ਸ਼ਬਦ ਦੇ ਵਾਜੇ ਉਹਨਾਂ ਦੇ, ਅਨਹਦ ਵਾਜੇ ਉਹਨਾਂ ਦੇ ਵੱਜਣ ਲੱਗ ਪੈਂਦੇ ਹਨ ਪਰਾ ਬਾਣੀ ਕਰਕੇ। ਜਿਵੇਂ ਮਹਾਰਾਜ ਜੀ ਪਾਵਨ ਆਨੰਦ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਆਖਦੇ ਨਾ, ਹਜੂਰ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆਂ। ਉਹਨਾਂ ਦੇ ਫਿਰ ਮਨ ਦੇ ਵਿੱਚ ਅਨਹਦ ਸ਼ਬਦ ਵੱਜਣ ਲੱਗ ਪੈਂਦੇ ਹਨ ਜਿਹੜੇ ਹੱਦਾਂ ਤੋਂ ਰਹਿਤ। ਬਾਜੰਤ ਨਾਨਕ ਸ਼ਬਦ ਬੀਣਾ, ਜੋ ਪਰਮੇਸ਼ਰ ਦੇ ਸ਼ਬਦ ਦੀ ਬੀਣਾ ਹੈ, ਵਾਜਾ ਹੈ, ਉਹਨਾਂ ਦੇ ਮਨ ਦੇ ਵਿੱਚ ਵੱਜਣ ਲੱਗ ਪੈਂਦਾ ਹੈ। ਕਹੰਤ ਵੇਦਾ ਗੁਣੰਤ ਗੁਣੀਆ, ਅਨੰਤ ਬਾਲਾ ਬਹੁ ਵਿਦ ਪ੍ਰਕਾਰਾ। ਜਿਹੜੇ ਵੇਦ ਸ਼ਾਸਤਰ ਹਨ ਇਹ ਪਰਮੇਸ਼ਰ ਨੂੰ ਕਹੰਤ ਵੇਦਾ, ਨੇਤ ਨੇਤ ਕਥੰਤ ਵੇਦਾ, ਊਚ ਮੂਚ ਅਪਾਰ ਗੋਬਿੰਦ ਹੈ। ਜਿਹੜਾ ਪਰਮੇਸ਼ਰ ਹੈ ਪਾਰਾਵਾਰਤ ਰਹਿਤ ਹੈ। ਵੇਦ ਕੀ ਆਖਦੇ ਹਨ ਕਿ ਜਿਹੜਾ ਪਰਮੇਸ਼ਰ ਹੈ ਬੇਅੰਤ ਹੈ, ਬੇਅੰਤ ਹੈ, ਬੇਅੰਤ ਬੇਅੰਤ ਕਰਕੇ ਪਰਮੇਸ਼ਰ ਦਾ ਵਰਣਨ ਕਰਦੇ ਹਨ।
ਤੇ ਅੱਗੋਂ ਗਰੀਬ ਨਵਾਜ ਜੀ ਆਖਦੇ ਗੁਣੰਤ ਗੁਣੀਆਂ, ਤੇ ਜਿਹੜੇ ਗੁਣਵਾਨ ਪੁਰਖ ਹਨ, ਜਿਹੜੇ ਪਰਮੇਸ਼ਰ ਦੇ ਗੁਣਾਂ ਨੂੰ ਪ੍ਰਾਪਤ ਕਰਨ ਵਾਲੇ ਗੁਣਵਾਨ ਹਨ, ਉਹ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਕਿ ਪਰਮੇਸ਼ਰ ਬੜਾ ਜ਼ਿਆਦਾ ਸਰਬੱਗ ਹੈ, ਪਰਮੇਸ਼ਰ ਅਚੁੱਤ ਹੈ, ਪਰਮੇਸ਼ਰ ਅਗਿੜ ਹੈ, ਪਰਮੇਸ਼ਰ ਜਿਹੜਾ ਅਪਰੰਪਰ ਹੈ। ਇਸ ਤਰ੍ਹਾਂ ਗੁਣਾਂ ਦੀ ਵਿਚਾਰ ਕਰਦੇ ਹਨ ਉਹ ਗੁਣਵਾਨ। ਸੁਨੰਤ ਬਾਲਾ ਬਹੁ ਵਿਧ ਪ੍ਰਕਾਰਾ, ਤੇ ਜਿਹੜੇ ਬਾਲਾ ਹਨ ਜਗਿਆਸੂ ਪੁਰਖ, ਇਹ ਬੜੇ ਪ੍ਰਕਾਰ ਦੇ ਨਾਲ 6 ਪ੍ਰਕਾਰ ਦੀ ਜਿਹੜੀ ਸੁਣਨ ਦੀ ਕਿਰਿਆ ਹੈ, ਇਸ ਦੇ ਅਨੁਸਾਰ ਜਿਹੜੇ ਹੈ ਬਾਲਾ, ਜਿਹੜੇ ਜਗਿਆਸੂ ਪੁਰਖ ਹਨ, ਉਹ ਪਰਮੇਸ਼ਰ ਦੀ ਜਸ ਵਡਿਆਈ ਨੂੰ ਸੁਣਦੇ ਹਨ। ਇਹ 6 ਪ੍ਰਕਾਰ ਮਹਾਂਪੁਰਖਾਂ ਨੇ ਇਸ ਤਰ੍ਹਾਂ ਦੱਸੇ ਹੋਏ ਹਨ ਕਿ ਉਪਕਰਮ ਦੇ ਵਿੱਚ ਹੁੰਦਾ ਹੈ ਖਾਲਸਾ ਜੀ ਕਿ ਜਿੱਥੋਂ ਪਰਮੇਸ਼ਰ ਦੀ ਜਸ ਵਡਿਆਈ ਸ਼ੁਰੂ ਕੀਤੀ ਹੋਵੇ ਉੱਥੇ ਹੀ ਸਮਾਪਤੀ ਕਰਨੀ, ਜਿਸ ਪ੍ਰਕਰਨ ਤੋਂ ਸ਼ੁਰੂ ਕੀਤੀ ਹੋਵੇ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਜਦੋਂ ਆਰੰਭਤਾ ਹੁੰਦੀ ਹੈ ਇੱਕ ਓੰਕਾਰ ਸਤਿਨਾਮ, ਇੱਕ ਓੰਕਾਰ ਤੇ ਮੰਗਲ ਰੂਪ ਹੈ, ਪਰ ਸੱਸੇ ਅੱਖਰ ਤੋਂ ਮਹਾਰਾਜ ਜੀ ਦੀ ਜਸ ਵਡਿਆਈ ਸ਼ੁਰੂ ਹੋ ਕੇ 18, 10, 20 ਤੱਕ ਫਿਰ ਸੱਸੇ ਤੇ ਹੀ ਸਮਾਪਤੀ ਹੁੰਦੀ ਹੈ। ਇਹਨੂੰ ਕਹੀਦਾ ਉਪਕਰਮ ਦੀ ਜਿਹੜੀ ਕਿਰਿਆ ਹੈ ਪਰਮੇਸ਼ਰ ਦੇ ਸ਼ਰਵਣ ਦੀ। ਫਿਰ ਉਪਕਰਮ ਤੋਂ ਬਾਅਦ ਆਉਂਦਾ ਹੈ ਖਾਲਸਾ ਜੀ ਅਭਿਆਸ, ਪਰਮੇਸ਼ਰ ਦੀ ਜਿਹੜੇ ਗੁਣਾਂ ਦਾ ਪੁਨਾ ਅਭਿਆਸ ਕਰਨਾ, ਬਾਰ-ਬਾਰ ਉਹਨਾਂ ਦੀ ਦ੍ਰਿੜਤਾ ਕਰਨੀ, ਇਹ ਅਭਿਆਸ ਦੀ ਕਿਰਿਆ ਹੈ। ਇਸ ਤਰ੍ਹਾਂ ਸਰਵਣ ਦੇ ਜਿਹੜੇ ਹਨ 6 ਲੱਛਣ ਹਨ। ਤੇ ਤੀਜਾ ਲੱਛਣ ਹੈ ਖਾਲਸਾ ਜੀ ਅਪੂਰਬਤਾ। ਅਪੂਰਬਤਾ ਕਿਸ ਤਰ੍ਹਾਂ, ਜਿਹੜੀ ਅਪੂਰਬਤਾ ਹੁੰਦੀ ਹੈ ਖਾਲਸਾ ਜੀ ਕਿ ਕੋਈ ਵੀ ਪਰਮੇਸ਼ਰ ਦੇ ਸਮਾਨ ਨਹੀਂ ਹੈ, ਪਰਮੇਸ਼ਰ ਦੇ ਵਰਗਾ ਹੋਰ ਦੂਜਾ ਕੋਈ ਵੀ ਨਹੀਂ ਹੈ, ਇਸ ਨੂੰ ਅਪੂਰਬਤਾ ਕਹੀਦਾ ਹੈ। ਤੇ ਫਿਰ ਚੌਥੇ ਨੰਬਰ ਤੇ ਆਉਂਦੀ ਹੈ ਇਸੇ ਪ੍ਰਕਾਰ ਹੀ ਉਤਪਤੀ, ਕਿ ਪਰਮੇਸ਼ਰ ਦੇ ਜਿਹੜੇ ਵਿਚਾਰਾਂ ਦੀ ਜਾਂ ਜਿਹੜੇ ਸ਼ੁਭ ਗੁਣਾਂ ਦੀ ਮਨ ਦੇ ਵਿੱਚ ਉਤਪਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਪਰਮੇਸ਼ਰ ਦਾ ਜਸ ਵਡਿਆਈ ਸੁਣ ਕੇ। ਉਤਪਤੀ ਤੋਂ ਬਾਅਦ ਹੁੰਦਾ ਹੈ ਫਲ, ਜਿਹੜਾ ਧਰਮ ਅਰਥ ਕਾਮ ਮੋਖ, ਇਹ ਫਲ ਵੀ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋ ਜਾਂਦਾ ਹੈ। ਤੇ ਫਿਰ ਅਰਥਾਵਾਦ ਹੈ ਅੱਗੇ। ਅਰਥਾਵਾਦ ਦੇ ਵਿੱਚ ਆਉਂਦਾ ਕਿ ਜਦੋਂ ਪਰਮੇਸ਼ਰ ਦੀ ਜਸ ਵਡਿਆਈ ਸੁਣੀਏ ਨਾ, ਤੇ ਉਹ ਜਦੋਂ ਜਸ ਵਡਿਆਈ ਸੁਣਦੇ ਭਾਈ ਹੱਸਣਾ ਨਹੀਂ ਹੈ, ਕੋਈ ਲਾਫਟਰ ਚ ਜਿਹੜਾ ਸ਼ੋਅ ਨਹੀਂ ਲੱਗਾ ਹੋਇਆ। ਤਾਂ ਇਸ ਕਰਕੇ ਜਿਹੜੇ ਅਰਥਾਵਾਦ ਬਿਰਤੀ ਹੈ ਸ਼੍ਰਵਣ ਕਰਨ ਦੀ, ਤੇ ਉਹਦੇ ਵਿੱਚ ਕੀ ਹੁੰਦਾ ਹੈ ਖਾਲਸਾ ਕਿ ਜਦੋਂ ਪਰਮੇਸ਼ਰ ਦੀ ਜਸ ਵਡਿਆਈ ਸੁਣੀਏ ਨਾ, ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਮੰਨ ਲਓ ਆਪਾਂ ਬਾਣੀ ਸੁਣ ਰਹੇ ਹਾਂ, ਮੰਨ ਲਓ ਕਿ ਆਪਾਂ ਜਪਜੀ ਸਾਹਿਬ ਦੀ ਗੁਰਬਾਣੀ ਸੁਣ ਰਹੇ ਹਾਂ, ਉਹ ਸੁਣਦੇ ਆਪਣੇ ਆਪ ਹੀ ਉਸਦੇ ਅਰਥਾਂ ਦਾ ਬੋਧ ਹੋਈ ਜਾਣਾ, ਇਸ ਨੂੰ ਕਹੀਦਾ ਅਰਥਾਵਾਦ ਸ਼੍ਰਵਣ ਦੀ ਕਿਰਿਆ। ਇਸ ਤਰ੍ਹਾਂ 6 ਪ੍ਰਕਾਰ ਦੀ ਜਿਹੜੀ ਕਿਰਿਆ ਹੈ, ਇਸ ਨੂੰ ਸੁਣ ਕੇ ਜਗਿਆਸੂ ਪੁਰਖ ਬੜੇ ਜ਼ਿਆਦਾ ਨਿਹਾਲ ਹੁਣ, ਬੜੀ ਵਿਧੀਆਂ ਦੇ ਨਾਲ, ਬੜੇ ਤਰੀਕਿਆਂ ਦੇ ਨਾਲ ਸੁਣਦੇ ਹਨ। ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾ, ਤੇ ਉਹ ਫਿਰ ਦ੍ਰਿੜੰਤ ਸੋ ਵਿਦਿਆ, ਸੋ ਸਰੇਸ਼ਟ ਵਿਦਿਆ ਹੈ ਪਰਮੇਸ਼ਰ ਦੇ ਜਿਹੜੇ ਨਾਮ ਦੇ। ਮੰਨ ਲਓ ਜਿਵੇਂ ਆਪਾਂ ਬ੍ਰਹਮ ਵਿਦਿਆ ਹਾਸਲ ਕਰਨ ਆਏ ਹਾਂ ਟਕਸਾਲ ਦੇ ਵਿੱਚ, ਦ੍ਰਿੜੰਤ ਸੋ ਵਿਦਿਆ, ਉਹ ਸਰੇਸ਼ਟ ਵਿਦਿਆਵਾਂ ਨੂੰ ਫਿਰ ਪੜ੍ਹ ਕੇ ਤੇ ਬੜੇ ਜ਼ਿਆਦੇ ਉਹ ਸਰੇਸ਼ਟ ਬ੍ਰਹਮ ਗਿਆਨੀ ਹੋ ਜਾਂਦੇ ਹਨ, ਬ੍ਰਹਮ ਵਿਦਿਵਾਨ ਬਣ ਜਾਂਦੇ ਹਨ। ਦ੍ਰਿੜੰਤ ਸੋ ਵਿਦਿਆ, ਸਰੇਸ਼ਟ ਵਿਦਿਆ ਦੀ ਉਹ ਦ੍ਰਿੜ ਕਰਦੇ ਹਨ। ਹਰ ਹਰ ਕਿਰਪਾਲਾ, ਕਿਹੜੇ ਜਿਨ੍ਹਾਂ ਦੇ ਉੱਪਰ ਹਰੀ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਦੇ ਉੱਪਰ ਕਿਰਪਾਲ ਹੋ ਜਾਵੇ, ਜਿਨ੍ਹਾਂ ਦੇ ਉੱਪਰ ਦਇਆਵਾਨ ਹੋ ਜਾਵੇ। ਨਾਮ ਦਾਨ ਜਾਚੰਤ ਨਾਨਕ, ਦੈਨਹਾਰ ਗੁਰ ਗੋਪਾਲਾ। ਵਾਹਿਗੁਰੂ ਜੀ ਅਸੀਂ ਆਪ ਜੀ ਤੋਂ ਨਾਮ ਦਾਨ ਜਾਚੰਤ ਨਾਨਕ, ਅਸੀਂ ਮਹਾਰਾਜ ਆਪ ਜੀ ਦੇ ਨਾਮ ਦਾ ਦਾਨ ਹੀ ਜਾਚੰਤ ਮੰਗਦੇ ਹਾਂ। ਦੈਨਹਾਰ ਗੁਰ ਗੋਪਾਲਾ, ਆਪ ਜੀ ਮਹਾਰਾਜ ਧਰਤੀ ਦੀ ਪਾਲਣਾ ਕਰਨ ਵਾਲੇ ਹੋ ਮਹਾਰਾਜ, ਜਿਹੜਾ ਨਾਮਦਾਨ ਦੀ ਆਪ ਜੀ ਦਾਤ ਬਖਸ਼ਣ ਵਾਲੇ ਹੋ। ਨਾਮਦਾਨ ਜਾਚੰਤ ਨਾਨਕ, ਦੈਨਹਾਰ ਦੇਣ ਵਾਲੇ ਹੋ ਮਹਾਰਾਜ ਜੀ ਆਪ ਜੀ। ਗੁਰ ਗੋਪਾਲਾ, ਹੈ ਗੁਰੂ ਗੋਪਾਲ ਜੀ ਮਹਾਰਾਜ, ਆਪ ਜੀ ਧਰਤੀ ਦੀ ਪਾਲਣਾ ਕਰਨ ਵਾਲੇ ਹੋ, ਨਾਮਦਾਨ ਦੇਣ ਵਾਲੇ ਹੋ ਮਹਾਰਾਜ, ਨਾਮਦਾਨ ਬਖਸ਼ਣ ਵਾਲੇ ਹੋ। ਨਹਿ ਚਿੰਤਾ ਮਾਤ ਪਿਤ ਭ੍ਰਾਤ ਹੈ, ਨਹਿ ਚਿੰਤਾ ਕਛ ਲੋਕ ਕਹਿ। ਨਾ ਹੀ ਕੋਈ ਚਿੰਤਾ ਹੈ ਖਾਲਸਾ ਜੀ, ਨਹੀਂ ਚਿੰਤਾ ਕਰਨੀ ਚਾਹੀਦੀ ਮਾਤਾ ਦੀ, ਪਿਤਾ ਦੀ, ਭਰਾਤ ਹੈ ਭਰਾ ਦੀ। ਨਹਿ ਚਿੰਤਾ ਕਛ ਲੋਕ ਕਹਿ, ਲੋਕਾਂ ਦੇ ਕਹਿਣ ਦੀ ਵੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ। ਜੇ ਮਹਾਰਾਜ ਜੀ ਆਖਦੇ ਕਿ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋ ਨਿੰਦ ਕਰੈ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ।
ਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਹਨ, ਹਰ ਜਨ ਰਾਮ ਨਾਮ ਗੁਣ ਗਾਵੇ। ਉਹ ਪਰਮੇਸ਼ਰ ਦੇ ਨਾਮ ਦੇ ਗੁਣ ਗਾਉਂਦੇ ਹਨ। ਜੇ ਕੋ ਨਿੰਦ ਕਰੇ ਹਰ ਜਨ ਕੀ, ਜੇ ਕੋਈ ਉਹ ਹਰੀ ਦੇ ਜਨਾਂ ਦੀ, ਹਰੀ ਦੇ ਸੇਵਕਾਂ ਦੀ ਕੋਈ ਨਿੰਦਿਆ ਕਰੇ ਨਾ, ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਆਪਣਾ ਉਹ ਭਗਤੀ ਕਰਨ ਦਾ ਗੁਣ ਨਹੀਂ ਛੱਡਦੇ, ਭਾਵੇਂ ਲੋਕੀ ਜੋ ਮਰਜ਼ੀ ਕਹੀ ਜਾਣ। ਤੇ ਨਾ ਹੀ ਚਿੰਤਾ ਕਰਨੀ ਚਾਹੀਦੀ ਮਾਤਾ ਦੀ, ਪਿਤਾ ਦੀ, ਨਾ ਹੀ ਭਰਾ ਦੀ ਕੋਈ ਚਿੰਤਾ ਕਰਨੀ ਚਾਹੀਦੀ ਕਿ ਇਹਨਾਂ ਨੂੰ ਕੌਣ ਪਾਲੂਗਾ। ਜੇ ਮੈਂ ਪਰਮੇਸ਼ਰ ਦਾ ਨਾਮ ਜਪਣ ਲੱਗ ਪਿਆ ਤੇ ਮੇਰੇ ਪਿੱਛੇ ਪਰਿਵਾਰ ਨੂੰ ਕੌਣ ਪਾਲੂਗਾ, ਕੌਣ ਇਹਨਾਂ ਦੀ ਰੱਖਿਆ ਕਰੂਗਾ। ਮਹਾਰਾਜ ਜੀ ਆਖਦੇ ਵੀ ਇਹ ਜਿਹੜੀ ਚਿੰਤਾ ਹੈ ਕਰਨੀ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਖਾਲਸਾ ਜੀ ਪਰਮੇਸ਼ਰ ਜਿਹੜਾ ਹੈ ਨਾ, ਉਹਨੇ ਹਰੇਕ ਜੀਵ ਦੇ ਦਾਣਾ ਪਾਣੀ ਲਿਖ ਕੇ ਭੇਜਿਆ ਹੈ ਸੰਸਾਰ ਦੇ ਵਿੱਚ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਕਿਸੇ ਵੀ ਪ੍ਰਕਾਰ ਦੀ ਭਾਈ ਤੂੰ ਚਿੰਤਾ ਨਾ ਕਰ। ਚਿੰਤਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪ ਹੀ ਹੈ, ਜੋ ਜਿਹਨੇ ਸਾਰੇ ਵੇਖੋ ਸ੍ਰਿਸ਼ਟੀ ਦੇ ਜੀਵ ਆਪ ਪੈਦਾ ਕੀਤੇ ਹੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਨਾਲ ਇੱਕ ਸਿੰਘ ਸੀ, ਬੜਾ ਵਿਦਵਾਨ ਸੀ, ਬੜਾ ਗਿਆਨਵਾਨ ਗਿਆਨੀ ਸਿੰਘ ਸੀ। ਤੇ ਕਿਸੇ ਨਗਰ ਤੋਂ ਸੰਗਤ ਆਈ, ਮਹਾਰਾਜ ਜੀ ਦੇ ਹਜ਼ੂਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਗਰੀਬ ਨਵਾਜ ਜੀ ਸਾਡੇ ਪਾਸ ਮਹਾਰਾਜ ਕੋਈ ਸਿੰਘ ਭੇਜੋ ਜਿਹੜਾ ਸਾਨੂੰ ਆਪ ਜੀ ਦੀ ਜਸ ਵਡਿਆਈ ਸੁਣਾ ਕੇ, ਕਥਾ ਵਿਚਾਰ ਸੁਣਵਾ ਕੇ ਨਿਹਾਲ ਕਰੇ, ਸਿੱਖੀ ਦਾ ਪ੍ਰਸਾਰ ਅਤੇ ਪ੍ਰਚਾਰ ਕਰੇ। ਮਹਾਰਾਜ ਉਹ ਕੁਦਰਤੀ ਉਹ ਸਿੰਘ ਵੀ ਮਹਾਰਾਜ ਜੀ ਦੇ ਪਾਸ ਗਿਆ ਸੀ। ਮਹਾਰਾਜ ਜੀ ਨੇ ਸਿੰਘ ਨੂੰ ਪੁੱਛਿਆ ਕਿ ਕਿਉਂ ਸਿੰਘਾ, ਭਾਈ ਸਿੰਘਾ ਤੂੰ ਇਹਨਾਂ ਦੇ ਨਾਲ ਜਾਵੇਂਗਾ, ਸੰਗਤ ਜਿਹੜੀ ਬੇਨਤੀ ਕਰ ਰਹੀ ਹੈ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰੇਗਾ? ਨਹੀਂ ਮਹਾਰਾਜ, ਮੇਰੇ ਪਿੱਛੇ ਬੀਬੀ ਬੱਚੇ ਆ ਮਹਾਰਾਜ, ਘਰ ਪਰਿਵਾਰ ਹੈ, ਜੇ ਮੈਂ ਉਹਨਾਂ ਦੇ ਪੇਟ ਦੀ ਪੂਰਤੀ ਨਾ ਕੀਤੀ, ਮੈਂ ਹੀ ਮਹਾਰਾਜ ਇੱਕੋ ਇੱਕ ਕਮਾਈ ਦਾ ਸਾਧਨ ਹਾਂ। ਜੇ ਮੈਂ ਇਹਨਾਂ ਦੇ ਨਾਲ ਤੁਰ ਪਿਆ ਤੇ ਇਹਨਾਂ ਨੂੰ ਪਾਲੂਗਾ ਕੌਣ, ਇਹਨਾਂ ਦੀ ਪੋਸ਼ਣਾ ਕੌਣ ਕਰੂਗਾ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੀ ਵਾਰ ਉਹ ਸਿੰਘ ਨੂੰ ਸਮਝਾਇਆ, ਉਹ ਪਰ ਨਹੀਂ ਮੰਨਿਆ। ਫਿਰ ਉਹ ਸੰਗਤ ਆਪਣੇ ਨਗਰ ਨੂੰ ਚਲੇ ਗਈ ਤੇ ਮਹਾਰਾਜ ਜੀ ਨੇ ਉਹ ਜਦੋਂ ਸੰਗਤ ਚਲੇ ਗਈ ਤੇ ਉਹ ਸਿੰਘ ਨੂੰ ਕਿਹਾ ਕਿ ਭਾਈ ਸਿੰਘਾ, ਇਹ ਸਾਡਾ ਹੁਕਮਨਾਮਾ ਸਾਹਿਬ ਲੈ ਜਾ, ਉਹ ਜਿਹੜੀ ਫਲਾਣੀ ਸੰਗਤ ਆਈ ਸੀ ਨਾ ਉਹਨੂੰ ਦੇ ਕੇ ਤੇ ਫਿਰ ਤੂੰ ਚਲਿਆ ਜਾਵੀਂ ਆਪਣੇ ਘਰ ਨੂੰ। ਉਹ ਜਦੋਂ ਸਿੰਘ ਗਿਆ ਉਹ ਸੰਗਤ ਦੇ ਪਾਸ ਤੇ ਸੰਗਤ ਨੂੰ ਜਦੋਂ ਮਹਾਰਾਜ ਜੀ ਦਾ ਹੁਕਮਨਾਮਾ ਸਾਹਿਬ ਵਿਖਾਇਆ ਤੇ ਫਿਰ ਕੀ ਹੋਇਆ, ਉਹ ਹੁਕਮਨਾਮੇ ਸਾਹਿਬ ਦੇ ਵਿੱਚ ਗਰੀਬ ਨਵਾਜ ਜੀ ਨੇ ਲਿਖਿਆ ਸੀ ਕਿ ਭਾਈ ਇਹ ਜਿਹੜਾ ਸਿੰਘ ਤੁਹਾਡੇ ਪਾਸ ਭੇਜਿਆ ਹੈ, ਕਿਸੇ ਵੀ ਤਰ੍ਹਾਂ ਜਿਵੇਂ ਕਿਵੇਂ ਵੀ ਕਰਕੇ ਇਹਨੂੰ ਆਪਣੇ ਪਾਸ ਰੱਖੋ, ਇਸ ਦੇ ਪਾਸੋਂ ਕਥਾ ਵਿਚਾਰ ਕਰਾਓ, ਸਿੱਖੀ ਦਾ ਪ੍ਰਸਾਰ ਅਤੇ ਪ੍ਰਚਾਰ ਕਰਾਓ। ਇਹ ਭੱਜਣ ਦੀ ਕੋਸ਼ਿਸ਼ ਕਰੇ ਪਰ ਇਹਨੂੰ ਭੱਜਣ ਨਹੀਂ ਦੇਣਾ। ਉਹ ਸੰਗਤ ਨੇ ਬੇਨਤੀ ਮਹਾਰਾਜ ਜੀ ਦਾ ਹੁਕਮਨਾਮਾ ਸਾਹਿਬ ਪੜਿਆ, ਉਸੇ ਤਰ੍ਹਾਂ ਹੀ ਕੀਤਾ। 6 ਮਹੀਨੇ ਤੱਕ ਉਹ ਸਿੰਘ ਨੇ ਉੱਥੇ ਸੰਥਿਆ ਬੰਥਿਆ ਕਰਾਈ, ਫਿਰ ਉੱਥੇ ਕਥਾ ਵਿਚਾਰ ਕੀਤੀ, ਸਿੱਖੀ ਦਾ ਪ੍ਰਸਾਰ ਕੀਤਾ ਤੇ ਉਹਨੇ ਮਨ ਤੋਂ ਫਿਰ ਆਸ ਹੀ ਲਾ ਦਿੱਤੀ। ਕਹਿੰਦਾ ਵੀ ਹੁਣ ਮੇਰੇ ਜਿਹੜੇ ਪਰਿਵਾਰ ਦੇ ਸਦੱਸੇ ਹੋਣੇ ਆ ਮਰ ਮੁੱਕ ਗਏ ਹੋਣੇ ਆ ਤੇ ਹੁਣ ਉਹਨਾਂ ਦੇ ਪਾਸ ਜਾ ਕੇ ਕੀ ਕਰਨਾ ਹੈ। ਤੇ ਜਦੋਂ ਵਾਪਸ ਪਰਤਿਆ ਆਪਣੇ ਘਰ ਨੂੰ ਤੇ ਉੱਥੇ ਨਾ ਝੌਂਪੜੀ ਦੀ ਥਾਂ ਤੇ ਬੜਾ ਵੱਡਾ ਮਹਿਲ ਛੱਤਿਆ ਹੋਇਆ ਸੀ। ਤੇ ਉਹ ਵੇਖ ਕੇ ਬੜਾ ਜਿਆਦਾ ਹੈਰਾਨ ਹੋਇਆ, ਕਹਿੰਦਾ ਵੇਖਿਆ ਉਹੀ ਗੱਲ ਹੋਈ, ਮੇਰੀ ਗਰੀਬ ਦੀ ਕਿਸੇ ਨੇ ਝੌਂਪੜੀ ਵੀ ਨਹੀਂ ਰਹਿਣ ਦਿੱਤੀ ਇੱਥੇ। ਤੇ ਜਦੋਂ ਆਪਣੇ ਉਹ ਮਹਿਲ ਦੇ ਵਿੱਚ ਗਿਆ, ਉੱਥੇ ਜਾ ਕੇ ਉਹਦੇ ਬੱਚਿਆਂ ਨੇ ਵੇਖਿਆ ਨਾ, ਕਹਿੰਦਾ ਵੀ ਉਹ ਸਾਡਾ ਪਿਤਾ ਆ ਗਿਆ, ਹੁਣ ਫੇਰ ਆਪਾਂ ਭੁੱਖੇ ਹੀ ਮਰਨਾ। ਸੋ ਇਸ ਤਰ੍ਹਾਂ ਖਾਲਸਾ ਜੀ ਮਹਾਰਾਜ ਜੀ ਨੇ ਆਖਿਆ ਵੀ ਕਦੇ ਵੀ ਚਿੰਤਾ ਨਹੀਂ ਕਰਨੀ ਚਾਹੀਦੀ, ਨਾ ਤੇ ਮਾਤਾ ਦੀ, ਨਾ ਪਿਤਾ ਦੀ, ਨਾ ਹੀ ਆਪਣੇ ਜਿਹੜੇ ਇਸਤਰੀ ਭਰਾ ਹਨ ਇਹਨਾਂ ਦੀ ਵੀ ਚਿੰਤਾ ਨਹੀਂ ਕਰਨੀ ਚਾਹੀਦੀ। ਜੇ ਕਿਤੇ ਮਹਾਰਾਜ ਜੀ ਦੇ ਉੱਪਰ ਭਰੋਸਾ ਹੋਵੇ ਨਾ, ਵੇਖੋ ਉਹ ਜਿਹੜਾ ਸਿੰਘ ਸੀ ਉਹਨੇ ਆਸ ਲਾ ਦਿੱਤੀ ਸੀ ਕਿ ਮੇਰੇ ਤੇ ਹੁਣ ਘਰ ਪਰਿਵਾਰ ਦੇ ਜਿਹੜੇ ਮਰ ਗਏ ਹੋਣਗੇ, ਮੇਰਾ ਤੇ ਘਰ ਪਰਿਵਾਰ ਹੈ ਜਿਹੜਾ ਨਾਸ ਹੋ ਗਿਆ ਹੋਊਗਾ। ਵੇਖੋ ਗਰੀਬ ਨਵਾਜ ਨੇ ਕਿੰਨੀ ਕਿਰਪਾ ਕੀਤੀ, ਝੌਂਪੜੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਿਲਾਂ ਦੇ ਵਿੱਚ ਨਿਵਾਸ ਕਰਿਆ, ਚੰਗੇ ਪਦਾਰਥ ਨਾਲ ਭੋਗਣ ਦੇ ਸਮਰੱਥ ਕਰ ਦਿੱਤਾ ਮਹਾਰਾਜ ਜੀ ਨੇ। ਇਸ ਕਰਕੇ ਨਿਹਚਿੰਤਾ ਮਾਤ ਪਿਤ ਭਰਾਤ ਹੈ। ਕਿਤੇ ਵੀ ਨਾ ਤੇ ਮਾਤਾ ਦੀ ਚਿੰਤਾ ਕਰੋ ਭਾਈ, ਨਾ ਹੀ ਪਿਤਾ ਦੀ, ਕਿਉਂਕਿ ਵਾਹਿਗੁਰੂ ਪਾਲਣ ਵਾਲਾ ਸਾਰਿਆਂ ਨੂੰ ਆਪ ਹੀ ਹੈ। ਤੇ ਨਾ ਹੀ ਕਦੇ ਭਰਾ ਦੀ ਚਿੰਤਾ ਕਰਨੀ ਚਾਹੀਦੀ ਹੈ, ਨਾ ਚਿੰਤਾ ਕਛ ਲੋਕ ਕਹੈ, ਨਾ ਹੀ ਲੋਕਾਂ ਦੇ ਵੱਲੋਂ ਕਹੇ ਜਾਣ ਦੀ ਕੋਈ ਚਿੰਤਾ ਕਰਨੀ ਚਾਹੀਦੀ ਹੈ। ਨਹ ਚਿੰਤਾ ਬਨਤਾ ਸੁਤ ਮਿਤ ਹੈ, ਪਰ ਵਿਰਤ ਮਾਇਆ ਸਨ ਬੰਧਨ ਹੈ। ਨਹ ਚਿੰਤਾ ਬਨਤਾ ਸੁਤ ਮੀਤ ਹੈ, ਨਾ ਹੀ ਚਿੰਤਾ ਕਰੋ ਬਨਤਾ ਇਸਤਰੀ ਦੀ, ਸੁਤ ਪੁੱਤਰ ਦੀ ਅਤੇ ਮੀਤ ਹੈ ਮਿੱਤਰਾਂ ਦੀ।
ਪ੍ਰਵਿਰਤ ਮਾਇਆ ਸੰਬੰਧਨ ਹੈ। ਜਿਹੜੇ ਭਾਈ ਚਿੰਤਾ ਕਰਦੇ ਨੇ ਉਹ ਮਾਇਆ ਦੀ ਪ੍ਰਵਿਰਤੀ ਦੇ ਰਸਤੇ ਦੇ ਉੱਪਰ ਉਹਨਾਂ ਦਾ ਸੰਬੰਧ ਲੱਗਾ ਹੋਇਆ ਹੈ, ਜਾਂ ਮਾਇਆ ਦੀ ਪ੍ਰਵਿਰਤੀ ਦੇ ਜਿਹੜੇ ਰਾਹ ਦੇ ਉੱਪਰ ਸੰਬੰਧੀ ਹਨ, ਜਿਹੜੇ ਸੰਬੰਧਨ ਹੈ, ਜਿਹੜੇ ਮਾਇਆ ਦੀ ਜਿਹੜੀ ਪ੍ਰਵਿਰਤੀ ਦੇ ਕਾਰਨ ਹੀ ਮਾਇਆ ਦੀ ਪ੍ਰਵਿਰਤੀ ਕਰਾਉਂਦੇ ਹਨ। ਜਿਹੜੇ ਮਾਤਾ ਪਿਤਾ ਪੁੱਤਰ ਭਾਈ ਮਿੱਤਰ, ਇਹ ਮਾਇਆ ਦੀ ਪ੍ਰਵਿਰਤੀ ਦੇ ਰਸਤੇ ਦੇ ਉੱਪਰ ਬੰਦੇ ਨੂੰ ਤੋੜ ਦਿੰਦੇ ਹਨ, ਉਹਨਾਂ ਦੇ ਨਾਲ ਸੰਬੰਧ ਪਾ ਦਿੰਦੇ ਹਨ ਮਾਇਆ ਦੇ ਨਾਲ। ਦਇਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀ ਪ੍ਰਤਪਾਲਕ ਹੈ। ਦਇਆ ਦਾ ਘਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਖੱਟ ਭੰਗਾ ਸੰਪੰਨ ਪਰਮੇਸ਼ਰ ਆਪ ਹੀ ਹੈ, ਪੁਰਖ ਹੈ। ਪੁਰਖ ਕਈ ਦਾ ਖਾਲਸਾ ਜੀ, ਜਿਹੜਾ ਪੋ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੋਵੇ, ਜਿਹੜਾ ਪੁਰਖ ਸਰੂਪ ਹੋਵੇ, ਏਕਾ ਪੁਰਖ ਸਬਾਈ ਨਾਰ, ਨਾਨਕ ਸਰਬ ਜੀ ਪ੍ਰਤਪਾਲਕ ਹੈ। ਤੋ ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ ਵਾਹਿਗੁਰੂ ਉਹ ਆਪ ਹੈ, ਉਹ ਦਇਆਲ ਪੁਰਖ ਹੈ ਵਾਹਿਗੁਰੂ। ਇਸ ਕਰਕੇ ਇਹ ਭਾਈ ਮਾਤਾ ਦੀ ਪਿਤਾ ਦੀ ਘਰ ਪਰਿਵਾਰ ਦੀ ਚਿੰਤਾ ਕਰਨੀ ਤੂੰ ਛੱਡ ਦੇ, ਬਸ ਇੱਕੋ ਇੱਕ ਪਰਮੇਸ਼ਰ ਦਾ ਨਾਮ ਜਪ ਤੇ ਨਾਮ ਜਪ ਕੇ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾ। ਇਹੋ ਤੇਰਾ ਆਉਣ ਦਾ ਇੱਥੇ ਮਨੋਰਥ ਹੈ, ਇਹ ਤੇਰਾ ਆਉਣ ਦਾ ਇੱਥੇ ਉਦੇਸ਼ ਹੈ, ਇਸ ਸੰਸਾਰ ਦੇ ਵਿੱਚ ਆਉਣ ਦਾ। ਕਿਉਂਕਿ ਖਾਲਸਾ ਜੀ ਇਹ ਜਿਹੜੀ ਦੇਹੀ ਹੈ ਨਾ, ਬੜੀ ਜ਼ਿਆਦੀ ਦੁਰਲਭਤਾ ਦੇ ਕਾਰਨ ਮਿਲੀ ਹੋਈ ਹੈ। ਜਿਵੇਂ ਖਾਲਸਾ ਜੀ ਸਮੁੰਦਰ ਦੇ ਵਿੱਚ ਕੋਈ ਸੂਈ ਸਿੱਟ ਦੇਵੇ ਤੇ ਉਹ ਸੂਈ ਸਮੁੰਦਰ ਦੇ ਵਿੱਚੋਂ ਲੱਭਣੀ ਬੜੀ ਜ਼ਿਆਦੀ ਔਖੀ ਹੁੰਦੀ ਹੈ। ਇਸੇ ਤਰ੍ਹਾਂ ਹੀ ਇਹ 84 ਲੱਖ ਜੂਨੀਆਂ ਦੇ ਵਿੱਚੋਂ ਜਿਹੜੇ 84 ਲੱਖ ਜੂਨਾਂ ਦਾ ਜਿਹੜਾ ਸਮੁੰਦਰ ਹੈ, ਇਸ ਦੇ ਵਿੱਚੋਂ ਜਿਹੜੇ ਮਨੁੱਖਾ ਦੇਹੀ ਹੈ ਨਾ, ਇਹ ਲੱਭਣੀ ਬੜੀ ਜ਼ਿਆਦੀ ਦੁਰਲੱਭ ਹੈ, ਬੜੀ ਜ਼ਿਆਦੀ ਔਖੀ ਹੈ। ਤੇ ਪਰ ਪਰਮੇਸ਼ਰ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੋਈ ਹੈ ਮਨੁੱਖਾ ਦੇਹੀ ਦੀ, ਤੇ ਇਸ ਦੇ ਵਿੱਚ ਆ ਕੇ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਲ ਮਿਲਾਪ ਕਰਨਾ ਹੈ, ਪਰਮੇਸ਼ਰ ਦੇ ਵਿੱਚ ਅਭੇਦ ਹੋਣਾ ਹੈ। ਇਹ ਮਨੁੱਖਾ ਦੇਹੀ ਇਸ ਕਰਕੇ ਮਿਲੀ ਹੈ। ਤੇ ਮਹਾਰਾਜ ਜੀ ਦੇ ਚਰਨਾਂ ਦੇ ਅੱਗੇ ਬੇਨਤੀ ਕਰਨੀ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਮਾਇਆ ਦੇ ਮਹਾਰਾਜ ਜੰਜਾਲਾਂ ਤੋਂ ਛੁਟਕਾਰਾ ਦਿਵਾਓ। ਗਰੀਬ ਨਿਵਾਜ ਜੀ, ਜਿਹੜੀ ਅਸੀਂ ਚਿੰਤਾ ਹੈ ਸਾਡੀ ਮਹਾਰਾਜ, ਇਹ ਜਿਹੜੀ ਚਿੰਤਾ ਸਾਡੀ ਫਜ਼ੂਲ ਦੀ ਚਿੰਤਾ ਹੈ, ਇਹ ਵੀ ਮਹਾਰਾਜ ਸਾਡੀ ਹਰ ਲਓ। ਆਪ ਜੀ ਮਹਾਰਾਜ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲੇ ਹੋ।